वाहिगुरू जी का खालसा वाहिगुरू जी की फतेह। एजुकेट पंजाब प्रोजेक्ट दे नाल अज 65वें गुरमत सेवा जिहड़ा गुरमत कैंप समर कैंप लग रहा परसनैलिटी डिवेलपमेंट कैंप दे विच सारे ही जुड़ रहे विद्यार्थी मापे अते होर वीर भैन भरा सारिਆਂ ਦਾ स्वागत है जी। सारिਆਂ ਨੂੰ ਇੱਕ ਵਾਰੀ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਆਪਾਂ ਜਾਪ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਸ਼ੁਰੂਆਤ ਕਰਨ ਜਾ ਰਹੇ ਹਾਂ। ਸਾਰਿਆਂ ਨੂੰ ਬੇਨਤੀ ਕਿ ਆਪੋ ਆਪਣੇ ਘਰਾਂ ਵਿੱਚ ਬੈਠੇ ਜ਼ਰੂਰ ਜਾਪ ਦੇ ਨਾਲ ਜੁੜਨਾ ਕਰੀਏ ਜੀ। ਅੱਜ ਦੀ ਜਾਪ ਦੀ ਸੇਵਾ ਲੈ ਰਹੀ ਹੈ ਗੁਰਨੂਰ ਕੌਰ ਜੀ, ਜਿਨ੍ਹਾਂ ਦਾ EPP ਨੰਬਰ 15826 ਜ਼ੋਨ ਫਿਰੋਜ਼ਪੁਰ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਬੇਟੀ ਗੁਰਨੂਰ ਕੌਰ ਜੀ ਦਾ, ਜਿਨ੍ਹਾਂ ਨੇ ਸਾਨੂੰ ਜਾਪ ਦੇ ਨਾਲ ਜੋੜਿਆ ਕੀਤਾ। ਹੁਣ ਆਪਾਂ ਕੀਰਤਨ ਦੇ ਨਾਲ ਜੁੜਨਾ ਹੈ ਜੀ ਸਾਰਿਆਂ ਨੇ। ਅੱਜ ਕੀਰਤਨ ਦੀ ਸੇਵਾ ਲੈ ਰਹੇ ਹੈ ਦਵਿੰਦਰ ਕੌਰ ਜੀ, ਸਾਹਿਬਜੀਤ ਕੌਰ ਜੀ, ਜ਼ੋਨ ਅੰਮ੍ਰਿਤਸਰ ਸਾਹਿਬ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੋ ਬੇਟਾ। ਹਾਂਜੀ ਸੁਣਾਓ ਜੀ, ਕਿਹੜਾ ਸ਼ਬਦ ਸੁਣਾਓਗੇ ਤੁਸੀਂ? ਪ੍ਰੀਤਮ ਮਨ ਮੋਹਨਾ ਅਤ ਪ੍ਰੀਤਮ ਮਨ ਮੋਹਨਾ ਕਟ ਸੋਹਨਾ ਪ੍ਰਾਣੇ ਆਧਾਰਾ ਰਾਮ ਪ੍ਰਾਣੇ ਆਧਾਰਾ ਅਤ ਪ੍ਰੀਤਮ ਮਨ ਮੋਹਨਾ ਅਤ ਪ੍ਰੀਤਮ ਮਨ ਮੋਹਨਾ ਕਟ ਸੋਹਨਾ ਪ੍ਰਾਣੇ ਆਧਾਰਾ ਤੇਰਾ ਕਾਹੇ ਨ ਖੰਡਸ ਰਾਮਈਆ ਬਾਰਿਕ ਤੇਰਾ ਕਾਹੇ ਨ ਖੰਡਸ ਨ ਮੇਰਾ ਸੁਤੇ अपराध करत है जेते जननी चीत न राखस तेते सुते अपराध करत है जेते जननी चीत न राखस तेते रामैया हो बारिक तेरा काहे न खंड जे अत सुन काहे करे करे ताया तांपी चीत न राखस माया रामैया बारिक तेरा
रस अवगुण मेरा। चिंत पवन मन पर्यो हमारा, नाम बिना कैसे उतरस पारा। रामैया हूँ बारिक तेरा, काहे न खंडस अवगुण मेरा। रामैया हूँ बारिक तेरा, काहे न खंडस अवगुण मेरा। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਕੀ ਨਾਮ ਦੱਸਿਆ? ਕੀ ਨਾਮ ਹੈ ਤੁਹਾਡਾ? ਮੈਮ ਹਰਸ਼ਪ੍ਰੀਤ ਕੌਰ। ਹਰਸ਼ਪ੍ਰੀਤ ਕੌਰ ਜੀ, ਤੁਹਾਨੂੰ ਸ਼ਬਦ ਆਉਂਦਾ ਸੀ ਤੇ ਤੁਸੀਂ ਹੈਂਡ ਰੇਜ਼ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਨੂੰ ਐਟ ਏ ਟਾਈਮ ਸ਼ਬਦ ਸੁਣਾਇਆ, ਗੁਰੂ ਦੀ ਬਾਣੀ ਦੇ ਵਿੱਚੋਂ ਕਿੰਨਾ ਪਿਆਰੀ ਆਵਾਜ਼ ਦੇ ਵਿੱਚ ਗਾ ਕੇ ਸੁਣਾਇਆ ਨਾ। ਹਾਰਮੋਨੀਅਮ ਤੇ ਵੀ ਕਰਦੇ ਹੋ? ਹਾਰਮੋਨੀਅਮ ਤੇ ਕਰਦੇ ਹੋ ਕੀਰਤਨ? ਮੈਮ ਸਕੂਲ ਸਕੂਲ ਦੇ ਵਿੱਚ ਸਿੱਖਦੇ ਹੋ? ਕਿਹੜੇ ਸਕੂਲ 'ਚ ਪੜ੍ਹਦੇ ਹੋ? ਹਾਂਜੀ ਮੈਮ ਗੁਰੂ ਨਾਨਕ ਦੇਵ ਆਓ ਆਪਾਂ ਹੁਣ ਅਗਲੇ ਸੈਸ਼ਨ ਵੱਲ ਵਧਦੇ ਹਾਂ ਜੀ। ਅੱਜ ਦਾ ਸੈਸ਼ਨ ਹੈ, ਸਾਡੇ ਨਾਲ ਜੁੜੇ ਨੇ ਜੋਧਪੁਰ ਤੋਂ ਭਾਈ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਵਿਸ਼ਾ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵੀਰ ਜੀ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਸਾਡੇ ਨਾਲ ਜੁੜ ਚੁੱਕੇ ਹਨ ਤਾਂ ਉਹ ਬੱਚਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ, ਬੱਚੇ, ਪਿਆਰੇ ਬੱਚੇ ਜਿਹੜੇ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਨਾਲ ਜੁੜੇ ਹੋਏ, ਉਹਨਾਂ ਦੇ ਮਾਪੇ ਔਰ ਜਿਨ੍ਹਾਂ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ, ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਯੂਕੇ ਵਾਲਿਆਂ ਵੱਲੋਂ ਗੁਰੂ ਨਾਨਕ ਯੂਨੀਵਰਸਿਟੀ ਵੱਲੋਂ, ਸਭਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਅੱਜ ਦਾ ਵਿਸ਼ਾ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਭਾਈ ਸਾਹਿਬ ਜੀ ਥੋੜਾ ਜਿਹਾ ਉੱਚੀ ਬੋਲੋਗੇ ਜੀ? ਹਾਂਜੀ, ਮੈਂ ਥੋੜਾ ਜਿਹਾ ਨੂੰ ਨੇੜੇ ਕਰ ਲਵਾਂ, ਸ਼ਾਇਦ ਇਧਰ। ਅੱਜ ਦਾ ਵਿਸ਼ਾ ਜੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜਦੋਂ ਤੱਕ ਅਸੀਂ ਵਿਦਿਆ ਨੂੰ ਅਸੀਂ ਵਿਚਾਰਦੇ ਨਹੀਂ, ਗੁਰੂ ਪਾਤਸ਼ਾਹ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤਾਈਂ ਅਸੀਂ ਵਿਚਾਰ ਨਹੀਂ ਕਰਦੇ, ਕਿਉਂਕਿ ਅਸੀਂ ਵਿਚਾਰੀ ਸ਼ਾਇਦ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਵਿਚਾਰਾ ਫਲਾਣਾ, ਜਾਂ ਕਿਸੇ ਚੀਜ਼ ਨਾਲ ਕਿਸੇ ਨੂੰ ਨਾ ਮਿਲੇ ਕਹਿੰਦੇ ਵਿਚਾਰੀ, ਉਹ ਵਿਚਾਰੀ ਨਹੀਂ। ਵਿਚਾਰੀ ਹੈ ਵਿਚਾਰ ਕਰਨੀ, ਸਮਝਣਾ। ਬਾਣੀ ਵਿੱਚ ਪੜ੍ਹਦੇ ਹਾਂ, ਆਇਓ ਸੋਨਨ ਪੜਨ ਕੋ ਬਾਣੀ, ਨਾਮ ਵਿਸਾਰ ਲਗਹਿ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰੂ ਦੇ ਸਿੱਖਾਂ ਤੋਂ ਕੁਝ ਸੁਣਨ ਵਾਸਤੇ ਆਇਆ, ਕੁਝ ਪੜ੍ਹਨ ਵਾਸਤੇ ਆਇਆ ਹੈ। ਪਰ ਜੇ ਅੱਜ ਦੇ ਮਾਹੌਲ ਨੂੰ ਆਪਾਂ ਵੇਖਦੇ ਹਾਂ, ਜੋ ਸਾਡੀ ਹਾਲਾਤ ਹੈ, ਉਸ ਵੱਲ ਜਦੋਂ ਅਸੀਂ ਧਿਆਨ ਮਾਰਦੇ ਹਾਂ ਨਾ, ਤੇ ਵਿਚਾਰ ਸ਼ਾਇਦ ਬਹੁਤਾਤ ਸਾਡੀ ਗਾਇਬ ਹੋ ਚੁੱਕੀ ਹੈ। ਸਾਨੂੰ ਸਿਰਫ ਪੜ੍ਹਨ ਤੇ, ਇਹ ਨਹੀਂ ਕਿ ਨਹੀਂ, ਪੜ੍ਹਨ ਤੇ ਬਹੁਤਾ ਜ਼ੋਰ ਦਿੱਤਾ ਹੋਇਆ ਹੈ। ਜੋ ਗੱਲ ਨੂੰ ਸਮਝਣਾ ਸੀ, ਜੋ ਗੁਰੂ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਸਾਡੇ ਤੇ ਰਹਿਮਤ ਕੀਤੀ,
ਜੋ ਆਰੰਭਤਾ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਗੁਰਮੁਖੀ ਤੋਂ ਕੀਤੀ, ਉਸ ਵੱਲ ਸ਼ਾਇਦ ਅਸੀਂ ਧਿਆਨ ਨਹੀਂ ਦਿੱਤਾ। ਆਸਾ ਦੀ ਵਾਰ, ਆਸਾ ਦੇ ਰਾਗ ਵਿੱਚ ਪੱਟੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ 35 ਅੱਖਰੀ ਜਿਹੜੀ ਉਚਾਰਨ ਕੀਤੀ ਹੈ, ਗੁਰੂ ਅੰਗਦ ਦੇ ਮਹਾਰਾਜੀਆਂ ਨੇ ਉਸ ਨੂੰ ਅੱਗੇ ਵਧਾਉਂਦਿਆਂ ਹੋਇਆਂ ਮੱਲ ਅਖਾੜਾ ਨਾਲ 35 ਅੱਖਰੀ ਜਿਹੜੀ ਗੁਰਮੁਖੀ ਦੇ ਵਿੱਚ ਸਾਨੂੰ ਦੇ ਦਿੱਤੀ। ਇਹ ਉਪਰਾਲਾ ਕਿਉਂਕਿ ਉਸ ਸਮੇਂ ਦੇ ਵਿੱਚ ਜਾਂ ਤਾਂ ਅਰਬੀ ਫਾਰਸੀ ਜਾਂ ਹਿੰਦੁਸਤਾਨ ਦੇ ਵਿੱਚ ਸੰਸਕ੍ਰਿਤ ਸੀ। ਇਹ ਬ੍ਰਾਹਮਣ ਦੇ ਹੱਕ ਵਿੱਚ ਹੋਈ ਸੀ, ਪੰਡਿਤ ਪੜ੍ਹ ਸਕਦਾ ਸੀ, ਆਮ ਲੋਕ ਪੜ੍ਹ ਨਹੀਂ ਸੀ ਸਕਦੇ। ਸਾਨੂੰ ਗੁਰੂ ਪਾਤਸ਼ਾਹ ਨੇ ਮਾਂ ਬੋਲੀ ਦੇ ਵਿੱਚ ਗੁਰਬਾਣੀ ਦਿੱਤੀ, ਜਿੱਥੇ ਅਸੀਂ ਸੰਸਾਰਿਕ ਵਿਦਿਆ ਪ੍ਰਾਪਤ ਕਰਨੀ ਸੀ, ਉੱਥੇ ਨਾਲ ਪਰਮਾਰਥਕ ਨੂੰ ਪਾਉਣ ਵਾਸਤੇ, ਆਪਣੇ ਆਚਰਣ ਨੂੰ ਉੱਚਿਆਂ ਚੁੱਕਣ ਵਾਸਤੇ ਉਹ ਗੁਰਬਾਣੀ ਦਿੱਤੀ ਹੈ। ਇਸ ਕਰਕੇ ਅੱਜ ਦਾ ਵਿਸ਼ਾ ਜੋ ਆਪਾਂ ਆਰੰਭਤਾ ਹੋਈ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਦੋਂ ਤੱਕ ਗੁਰੂ ਦੀਆਂ ਸਿੱਖਾਂ ਤੋਂ ਗੁਰੂ ਨੂੰ ਸੁਣਦਾ ਨਹੀਂ, ਗੁਰੂ ਦੀ ਗੱਲ ਮੰਨਦਾ ਨਹੀਂ, ਸਮਝਦਾ ਨਹੀਂ, ਤੇਰਾ ਆਤਮਿਕ ਜੀਵਨ ਜਿਹੜਾ ਨਾ ਉੱਚਾ ਨਹੀਂ ਹੋਵੇਗਾ। 3 ਸੱਸਿਆਂ ਦੀ ਮਹਾਨਤਾ ਹੈ। ਪਹਿਲਾ ਸੱਸਾ ਗੁਰੂ ਨੂੰ ਸੁਣਨਾ, ਦੂਸਰਾ ਸੱਸਾ ਜੋ ਸੁਣਿਆ ਉਸ ਨੂੰ ਸਮਝਣਾ, ਤੇ ਤੀਸਰਾ ਸੱਸਾ ਉਹਦੇ ਵਿੱਚ ਸਮਾ ਜਾਣਾ। ਸਮਾ ਜਾਣਾ ਭਾਵ ਜੀਵਨ ਵਿੱਚ ਉਹ ਬਾਤ, ਉਹ ਗੱਲ ਆ ਜਾਣੀ, ਜਿਹਨੂੰ ਆਪਾਂ ਆਤਮਿਕ ਆਨੰਦਮਈ ਉੱਚੇ ਆਚਰਣ ਵਾਲਾ ਜੀਵਨ ਕਹਿ ਦਿੰਦੇ ਹਾਂ। ਜੇ ਅਸੀਂ ਗੁਰੂ ਨੂੰ ਸੁਣਾਂਗੇ ਨਾ, ਮੈਂ ਉਦਾਹਰਨ ਮਾਤਰ, ਜਿਸ ਤਰ੍ਹਾਂ ਹੁਣ ਬੱਚੇ ਸਾਡੇ ਜੁੜੇ ਹੋਏ ਨੇ ਔਰ ਬੱਚਿਆਂ ਨੂੰ ਕਲਾਸ ਵਿੱਚ ਆਪਾਂ ਪੜ੍ਹਾਉਂਦੇ ਹਾਂ, ਤੇ ਜੇ ਬੱਚੇ ਟੀਚਰ ਦੀ ਸੁਣਨਗੇ ਨਾ ਤੇ ਸਮਝਣਗੇ ਕਿਵੇਂ? ਤੇ ਜਿਸ ਨੂੰ ਸੁਣਿਆ ਨਹੀਂ, ਜਿਸ ਨੂੰ ਸਮਝਿਆ ਨਹੀਂ, ਉਹ ਸਾਡੇ ਜੀਵਨ ਵਿੱਚ ਕਿਵੇਂ ਆਵੇਗਾ? ਕਦੇ ਵੀ ਨਹੀਂ ਆ ਸਕਦਾ। ਮਾਂ ਪਿਓ ਬਹੁਤ ਮਿਹਨਤ ਕਰਦੇ ਨੇ, ਬੱਚੇ ਨੂੰ ਤਿਆਰ ਕਰਦੇ ਨੇ, ਸਕੂਲ ਭੇਜਦੇ ਨੇ, ਫੀਸਾਂ ਭਰਦੇ ਨੇ, ਆਪ ਛੱਡ ਕੇ ਆਉਂਦੇ ਨੇ, ਤੇ ਜੇ ਬੱਚਾ ਸਕੂਲ ਜਾ ਕੇ ਗੁਰੂ ਟੀਚਰ ਨੂੰ ਨਾ ਸੁਣੇ, ਹਾਜ਼ਰੀ ਵੀ ਲੱਗ ਗਈ, ਅਟੈਂਡੈਂਸ ਲੱਗ ਜਾਂਦੀ ਆ, ਘਰੋਂ ਬੱਸ ਤੇ ਗਏ, ਸਕੂਲ ਵੀ ਪਹੁੰਚੇ, ਕਲਾਸ ਵੀ ਲੱਗ ਗਈ, ਕਲਾਸ ਦੇ ਵਿੱਚ ਟੀਚਰ ਵੀ ਹੈ, ਪਰ ਜੇ ਟੀਚਰ ਦੀ ਸੁਣੀ ਨਹੀਂ ਤੇ ਬੱਚਿਓ ਤੇ ਸਾਧ ਸੰਗ ਮਾਪੇ ਜਿੰਨੇ ਵੀ ਨੇ, ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਸਾਨੂੰ ਸਮਝ ਨਹੀਂ ਆਵੇਗੀ। ਅਖੀਰ ਦੇ ਵਿੱਚ ਆਪਾਂ ਫੇਲ ਹੋ ਜਾਵਾਂਗੇ ਜਦੋਂ ਐਗਜ਼ਾਮ ਆਉਣਗੇ। ਇਹ ਸਾਡੇ ਜੀਵਨ ਦੀ ਖੇਡ ਹੈ। ਅਸੀਂ ਗੁਰੂ ਘਰ ਵੀ ਆ ਰਹੇ ਹਾਂ, ਬਾਣੀ ਪੜ੍ਹ ਵੀ ਰਹੇ ਹਾਂ, ਸੁਣ ਵੀ ਰਹੇ ਹਾਂ, ਪਰ ਇੱਕ ਗੱਲ ਤੋਂ ਅਸੀਂ ਵਾਂਝੇ ਹੋ ਗਏ, ਅਸੀਂ ਉਸ ਗੱਲ ਦੀ ਵਿਚਾਰ ਨਹੀਂ ਕਰਦੇ। ਆਪਾਂ ਕਈ ਵਾਰ ਜੀਵਨ ਵਿੱਚ ਕਹਿੰਦੇ ਕਿ ਆਹ ਗੱਲ ਮੇਰੀ ਪੱਲੇ ਬੰਨ ਲੈ। ਪਾਤਸ਼ਾਹ ਬਾਣੀ ਵਿੱਚ ਵੀ ਕਹਿੰਦੇ ਨੇ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਨ੍ਹਿਓ ਪਾਲ। ਮੈਂ ਗੁਰੂ ਦੇ ਚਰਨ, ਗੁਰੂ ਦਾ ਸ਼ਬਦ ਮੈਂ ਆਪਣੇ ਹਿਰਦੇ ਵਿੱਚ ਵਸਾ ਲਿਆ, ਬਲਕਿ ਇੱਥੋਂ ਤਾਈਂ ਮੈਂ ਆਪਣੇ ਪੱਲੇ ਦੇ ਵਿੱਚ ਬੰਨ ਲਿਆ। ਪੱਲੇ ਦੇ ਵਿੱਚ ਜਿਸ ਤਰ੍ਹਾਂ ਬੱਚੇ ਜ਼ਿਆਦਾ ਸਮਝਦੇ ਨੇ, ਮਾਤਾ ਪਿਤਾ ਟਿਫਨ ਪਾਉਂਦੇ ਨੇ, ਲੰਚ ਪਾਉਂਦੇ ਨੇ ਦੁਪਹਿਰ ਦਾ, ਕਿ ਸਕੂਲ ਜਾਣਾ ਹੈ। ਪੱਲੇ ਦੇ ਵਿੱਚ ਜਦੋਂ ਬੱਚਿਆਂ ਨੂੰ ਹਾਫ ਟਾਈਮ ਹੁੰਦਾ, ਅੱਧੀ ਛੁੱਟੀ ਹੁੰਦੀ ਹੈ, ਤੇ ਉਹ ਆਪਣਾ ਪ੍ਰਸ਼ਾਦਾ ਜੋ ਵੀ ਮਾਂ ਪਿਓ ਨੇ ਪਾਇਆ ਹੁੰਦਾ ਉਹ ਛਕਦੇ ਨੇ। ਇਸੇ ਤਰ੍ਹਾਂ ਗੁਰਬਾਣੀ ਵੀ ਜਦੋਂ ਵੀ ਜੀਵਨ ਵਿੱਚ ਸਾਨੂੰ ਜਿੱਥੇ ਵੀ ਲੋੜ ਪਈ ਹੈ, ਅਸੀਂ ਆਪਣੇ ਆਚਰਣ ਨੂੰ ਉੱਚਿਆਂ ਕਰਨ ਵਾਸਤੇ ਉਸ ਬਾਤ, ਉਸ ਸ਼ਬਦ ਨੂੰ ਆਪਣੇ ਪੱਲੇ ਨਾਲ ਬੰਨ ਲਿਆ ਕਿ ਮੇਰੇ ਗੁਰੂ ਪਾਤਸ਼ਾਹ ਨੇ ਜੋ ਮੈਨੂੰ ਗੱਲ ਸਮਝਾਈ ਆ ਮੇਰੇ ਜੀਵਨ ਵਿੱਚ ਕੰਮ ਆਵੇਗੀ। ਹੁਣ ਸਾਡੀ ਬਹੁਤਾਤ ਹਾਲਤ ਅੱਜ ਦੇ ਸਮੇਂ ਦੇ ਵਿੱਚ ਜੋ ਮੈਂ ਵੇਖਦਾ, ਕਿਉਂਕਿ ਦਾਸ ਗੁਰਦੁਆਰਾ 9ਵੀਂ ਪਾਤਸ਼ਾਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨ ਛੋਹ ਅਸਥਾਨ ਮਗਰ ਸਾਹਿਬ ਸਰਹੇੜੀ ਪਟਿਆਲੇ ਵਿਖੇ ਸੇਵਾ ਕਰਦਾ ਹੈ। ਬਹੁਤ ਸੰਗਤਾਂ ਆਉਂਦੀਆਂ ਨੇ, ਅੰਮ੍ਰਿਤ ਵੇਲੇ ਤੋਂ ਕਈ ਵਾਰ ਲਾਈਨ ਨਹੀਂ ਟੁੱਟਦੀ, ਪਰ ਬਹੁਤਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਜ ਗੁਰੂ ਪਾਤਸ਼ਾਹ ਨੇ ਕੀ ਹੁਕਮਨਾਮਾ ਦਿੱਤਾ। ਪੁੱਛੀਦਾ ਹੈ ਕਿ ਅੱਜ ਗੁਰੂ ਪਾਤਸ਼ਾਹ ਨੇ ਇਲਾਹੀ ਫਰਮਾਨ ਜਾਂ ਹੁਕਮਨਾਮਾ ਕੀ ਬਖਸ਼ਿਸ਼ ਕੀਤਾ ਹੈ। ਤੇ ਸਾਧ ਸੰਗਤ ਜੀਓ, ਜਦੋਂ ਪੁੱਛਦੇ ਆ ਕਹਿੰਦੇ ਸੁਣਿਆ ਤੇ ਸੀ ਪਰ ਭੁੱਲ ਗਏ।
ਆਪਾਂ ਪਤਾ ਕਿਹਨੂੰ ਭੁੱਲਦੇ ਆ? ਜਿਹਦੇ ਨਾਲ ਸਾਡੀ ਸਾਂਝ ਨਾ ਹੋਵੇ। ਮੈਂ ਛੋਟੀ ਛੋਟੀਆਂ ਉਦਾਹਰਨਾਂ ਦੇਣੀਆਂ ਨੇ। ਜਿਸ ਤਰ੍ਹਾਂ ਆਪਾਂ ਸੜਕ ਤੇ ਤੁਰੇ ਜਾਂਦੇ ਆ, ਗੱਡੀ 'ਚ ਜਾ ਰਹੇ ਆ, ਰਸਤੇ ਵਿੱਚ ਕਈ ਗੱਡੀਆਂ ਵੀ ਲੰਘਦੀਆਂ ਨੇ, ਕਈ ਸ਼ਹਿਰ ਵੀ ਲੰਘ ਜਾਂਦੇ ਨੇ, ਪਿੰਡ ਵੀ ਲੰਘ ਜਾਂਦੇ ਨੇ, ਬੰਦੇ ਵੀ ਲੰਘ ਜਾਂਦੇ ਨੇ। ਕਈ ਵਾਰ ਆਪਣਾ ਵਾਕਬ ਕੋਈ ਹੁੰਦਾ, ਉਹ ਕਹਿੰਦਾ ਸੀ ਤੁਹਾਨੂੰ ਲੰਘਦਿਆਂ ਵੇਖਿਆ, ਤੁਸੀਂ ਨਹੀਂ ਵੇਖਿਆ? ਕਹਿੰਦੇ ਜੀ ਮੈਂ ਨਹੀਂ ਵੇਖਿਆ, ਕਿਉਂਕਿ ਮੇਰਾ ਖਿਆਲ ਨਹੀਂ ਸੀ ਉਧਰ। ਜੇ ਮੇਰਾ ਖਿਆਲ ਹੁੰਦਾ ਤੇ ਮੈਂ ਜ਼ਰੂਰ ਗੌਰ ਨਾਲ ਵੇਖਦਾ। ਅਸੀਂ ਆ ਤੇ ਰਹੇ ਉਸ ਪੰਥ ਤੇ ਚੱਲ, ਉਸ ਰਸਤੇ ਤੇ ਚੱਲ ਤੇ ਰਹੇ ਹਾਂ, ਪਰ ਉਸ ਰਸਤੇ ਦੇ ਵਿੱਚ ਜੋ ਸਾਨੂੰ ਨਿਸ਼ਾਨ ਗੁਰੂ ਸਾਹਿਬਾਂ ਨੇ ਦਿੱਤੇ ਸਨ, ਜੋ ਆਈਡੀਏ ਸਾਨੂੰ ਗੁਰੂ ਸਾਹਿਬਾਂ ਨੇ ਦਿੱਤੇ ਸਨ, ਜੋ ਫਾਰਮੂਲੇ ਸਾਨੂੰ ਗੁਰੂ ਸਾਹਿਬਾਂ ਨੇ ਦਿੱਤੇ ਸਨ, ਅਸੀਂ ਸ਼ਾਇਦ ਉਹ ਨਹੀਂ ਅਪਣਾ ਰਹੇ। ਇਸ ਕਰਕੇ ਅੱਜ ਦਾ ਵਿਸ਼ਾ ਫਿਰ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜਿਹੜੀ ਵਿਦਿਆ ਦੀ ਵਿਚਾਰ ਹੈ, ਵਿਚਾਰ ਸਮਝ ਹੈ, ਤੇ ਪਾਤਸ਼ਾਹ ਬਾਣੀ ਵਿੱਚ ਬੜੇ ਕਰੜੇ ਸ਼ਬਦ ਸਾਂਝੇ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਮਾਨਸ ਜੂਨ ਨਾ ਆਖੀਐ, ਪਸ਼ੂ ਟੂਰ ਗਾਵਾਰ। ਬੜੇ ਸੁੰਦਰ ਬਚਨ ਨੇ। ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਦਾ ਭਾਵ ਸੇਵਿਓ ਦਾ ਭਾਵ ਹੈ ਗੁਰੂ ਦੀ ਗੱਲ ਨਹੀਂ ਮੰਨੀ। ਜਿਨ੍ਹਾਂ ਨੇ ਵੀ, ਇੱਥੇ ਬਹੁ ਵਚਨ ਹੈ, ਜਿਨ੍ਹਾਂ ਨੇ ਵੀ, ਠੀਕ ਹੈ ਗੁਰੂ ਦੇ ਸਿੱਖ ਹਾਂ, ਗੁਰੂ ਘਰ ਆ ਵੀ ਰਹੇ ਹਾਂ, ਨਮਸਕਾਰ ਵੀ ਕਰ ਰਹੇ ਹਾਂ, ਗੋਲਕਾਂ ਵਿੱਚ ਵੀ ਪਾ ਰਹੇ ਹਾਂ, ਟਾਈਮ ਵੀ ਕੱਢ ਰਹੇ ਹਾਂ, ਪਰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਨੇ ਸਿਮਰਨ ਦਾ ਭਾਵ ਹੈ ਸਿਮਰਤੀ ਦੇ ਵਿੱਚ ਆਉਣਾ, ਸੁਰਤ ਦੇ ਵਿੱਚ ਆਉਣਾ। ਪੜ੍ਹਦੇ ਆ ਨਾ ਸ਼ਬਦ, ਦਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੀ ਵਾੜ। ਦਰਮਾਂ ਦੇ ਅੱਜ ਜੀ ਕਿਹਾ ਜਾਂਦਾ, ਫਾਰਸੀ ਦਾ ਸ਼ਬਦ ਹੈ। ਔਰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮੈਂ ਅੱਜ ਜੀ ਮੈਂ ਕਮਜ਼ੋਰ, ਆਪਣੇ ਆਪ ਮੈਨੂੰ ਸਮਝ ਨਹੀਂ ਆ ਸਕਦੀ, ਜੇ ਮੈਂ ਕੋਸ਼ਿਸ਼ ਕਰਾਂ ਵੀ ਨਾ, ਮੈਂ ਤਾਂ ਵੀ ਉਸ ਵਸਤੂ ਨੂੰ ਪਾ ਨਹੀਂ ਸਕਦਾ, ਤੇ ਮੈਂ ਤੇਰੇ ਦਰ ਤੇ ਆਇਆ, ਤੂੰ ਕਿਰਪਾ ਕਰ, ਤੇਰੇ ਤੋਂ ਬਿਨਾ ਮੇਰੀ ਕੋਈ ਸੁਰਤ ਨਹੀਂ ਕਰਨ ਵਾਲਾ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਕਿਵਾੜ ਕਿਹਾ ਜਾਂਦਾ ਦਰਵਾਜ਼ੇ ਨੂੰ। ਕਿਹੜੇ ਦਰਵਾਜ਼ਿਆਂ ਦੀ ਗੱਲ ਕੀਤੀ? ਕੀ ਸਾਡੇ ਘਰ ਦੇ ਦਰਵਾਜ਼ੇ ਨੇ? ਕੀ ਗੁਰੂ ਦਰਬਾਰ ਦੇ ਦਰਵਾਜ਼ੇ ਨੇ? ਕੀ ਸਕੂਲ ਦੇ ਦਰਵਾਜ਼ੇ ਨੇ? ਨਹੀਂ, ਸਾਡੀ ਸੁਰਤੀ ਦੇ ਦਰਵਾਜ਼ੇ ਨੇ ਜਿਹੜੇ ਬੰਦ ਹੋਏ ਪਏ ਨੇ, ਜਿਹੜੇ ਸਾਥੋਂ ਖੁੱਲ ਨਹੀਂ ਰਹੇ। ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਮੇਰੇ ਸੁਰਤੀ ਦੇ ਦਰਵਾਜ਼ੇ ਖੋਲ, ਤਾਂ ਕਿ ਮੈਂ ਇਸ ਸੰਸਾਰ ਦੇ ਦਰਸ਼ਨ ਕਰ ਸਕਾਂ। ਕਿਉਂਕਿ ਇਸ ਕੁਦਰਤ ਦੇ ਵਿੱਚ ਮਾਲਕ ਵਸਦਾ ਹੈ, ਸਾਡੇ ਵਿੱਚ ਮਾਲਕ ਵਸਦਾ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਵਿਸ਼ਵ ਨੂੰ ਕਿਹਾ ਹੈ। ਪਾਤਸ਼ਾਹ ਕਹਿੰਦੇ ਇਹ ਹਰੀ ਦਾ ਰੂਪ ਹੈ। ਜਿਸ ਦਿਨ ਸੁਰਤੀ ਦੇ ਦਰਵਾਜ਼ੇ ਖੋਲ ਦਿੱਤੇ ਨਾ ਗੁਰੂ ਨੇ, ਪਰ ਖੋਲਣਗੇ ਕਦੋਂ? ਜਦੋਂ ਅਸੀਂ ਗੁਰੂ ਚਰਨਾਂ ਵਿੱਚ ਆਵਾਂਗੇ, ਜਦੋਂ ਅਸੀਂ ਗੁਰੂ ਦੇ ਨਾਲ ਸਾਂਝ ਕਰਾਂਗੇ, ਗੁਰੂ ਨਾਲ ਬੈਠ ਕੇ ਗੱਲ ਕਰਾਂਗੇ। ਪ੍ਰਾਹੁਣਾ ਆ ਜਾਵੇ ਨਾ ਘਰ, ਬੱਚੇ ਬੈਠੇ ਨੇ ਸੁਣ ਰਹੇ ਨੇ, ਮੰਨ ਲਓ ਬੱਚਿਆਂ ਦਾ ਮਾਮਾ ਮਾਮੀ ਘਰ ਆ ਜਾਂਦੇ ਨੇ, ਤੇ ਬੱਚੇ ਤੇ ਖੇਡਦੇ ਪਏ ਨੇ। ਅੱਜ ਦਾ ਸਿਸਟਮ ਦੇਖਦੇ ਆ ਨਾ, ਮੋਬਾਈਲ ਤੇ ਗੇਮਾਂ ਖੇਡਣੀਆਂ, ਵੀਡੀਓ ਵੇਖਣੀਆਂ। ਹੁਣ ਮਾਮਾ ਮਾਮੀ ਜਾਂ ਨਾਨਾ ਨਾਨੀ ਆਏ ਨੇ, ਪਰਿਵਾਰ ਦਾ ਜੀ ਉਹਨਾਂ ਨਾਲ ਕੋਈ ਗੱਲ ਹੀ ਨਾ ਕਰੇ, ਉਹ ਪਤਾ ਕੀ ਕਹਿਣਗੇ? ਅਸੀਂ ਕੋਈ ਖਾਣ ਦੇ ਥੋੜਾ ਭੁੱਖੇ ਆ, ਤੇ ਸਾਡੇ ਕੋਲ ਬੈਠੇ ਹੀ ਨਹੀਂ, ਇਹਨਾਂ ਨੇ ਤਾਂ ਸਾਡੇ ਨਾਲ ਗੱਲ ਹੀ ਨਹੀਂ ਕੀਤੀ। ਤੇ ਫਿਰ ਜਾਣ ਲੱਗਿਆ ਕਹਿਣ ਲੱਗੇ ਵੀ ਅੱਗੇ ਤੂੰ ਜੇ ਤੇ ਬੈਠੋਗੇ ਤੇ ਤੁਹਾਡੇ ਕੋਲ ਆਵਾਂਗੇ, ਨਹੀਂ ਤੇ ਅਸੀਂ ਕਹਿੰਦੇ ਵੀ ਉਹਦੇ ਘਰ ਕੀ ਜਾਣਾ ਜਿਹੜਾ ਗੱਲ ਹੀ ਨਹੀਂ ਕਰਦਾ। ਅਸੀਂ ਵੀ ਜਦੋਂ ਗੁਰੂ ਦਰ ਤੇ ਆਉਣਾ ਹੈ, ਜਿਵੇਂ ਤੁਸੀਂ ਸਕੂਲ ਵਿੱਚ ਜਾਂਦੇ ਹੋ, ਬੱਚੇ ਹੋ, ਬੜੇ ਪਿਆਰੇ ਬੱਚੇ ਹੋ, ਮੈਂ ਵਾਰ-ਵਾਰ ਤੁਹਾਨੂੰ ਸੰਬੋਧਨ ਕਰ ਰਿਹਾ। ਤੁਸੀਂ ਸਕੂਲ ਵਿੱਚ ਜਾਂਦੇ ਹੋ, ਜੇ ਟੀਚਰ ਦੇ ਨਾਲ ਤੁਹਾਡੀ ਗੱਲਬਾਤ ਹੀ ਨਾ ਹੋਵੇਗੀ, ਕਿਵੇਂ ਸਮਝ ਆਵੇਗੀ? ਜੇ ਤੁਹਾਡਾ ਕੋਈ ਸਵਾਲ ਤੁਹਾਨੂੰ ਸਮਝ ਨਹੀਂ ਆਇਆ, ਤੇ ਜੇ ਪੁੱਛੋਗੇ ਨਾ, ਤੇ ਅਗਲੇ ਦਿਨ ਜਦੋਂ ਹੋਮਵਰਕ ਕਰਕੇ ਆਓਗੇ ਉਹ ਸਵਾਲ ਗਲਤ ਹੋਵੇਗਾ। ਟੀਚਰ ਕਹਿੰਦਾ ਕਿ ਤੁਸੀਂ ਮੈਨੂੰ ਪੁੱਛਣਾ ਸੀ, ਮੈਨੂੰ ਜ਼ਰੂਰ ਪੁੱਛਦੇ, ਮੈਂ ਜ਼ਰੂਰ ਦੱਸਦਾ। ਇਸੇ ਤਰ੍ਹਾਂ ਜਦੋਂ ਗੁਰੂ ਦਰ ਤੇ ਆਉਣਾ ਹੈ, ਗੁਰੂ ਘਰ ਸਿਰਫ ਪੂਜਾ ਦਾ ਕੇਂਦਰ ਨਹੀਂ,
ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ ਨੇ ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖੀ ਹੈ ਕੀ ਹੈ? ਸਿੱਖਣਾ। ਕੀ ਸਿੱਖਣਾ? ਗੁਰ ਵਿਚਾਰ, ਗੁਰੂ ਦੀ ਵਿਚਾਰ ਨੂੰ ਸਿੱਖਣਾ ਹੈ। ਕਮ ਟੂ ਲਰਨ, ਗੋ ਟੂ ਸਰਵ। ਪੜ੍ਹਨ ਵਾਸਤੇ ਆਉਣਾ, ਸਿੱਖਣ ਵਾਸਤੇ ਆਉਣਾ ਹੈ ਤੇ ਸੇਵਾ ਵਾਸਤੇ ਜਾਣਾ। ਸਰਕਾਰੀ ਸਕੂਲਾਂ 'ਚ ਲਿਖਿਆ ਹੁੰਦਾ ਹੈ ਕਿ ਸਿੱਖਿਆ ਲਈ ਆਓ ਤੇ ਸੇਵਾ ਲਈ ਜਾਓ। ਤੇ ਮੈਂ ਚਾਹੁੰਦਾ, ਤੇ ਮੇਰੇ ਮਨ 'ਚ ਕਈ ਵਾਰ ਆਉਂਦਾ, ਮੈਂ ਗੁਰੂ ਘਰ ਵੀ ਕਹਾਂ ਕਿ ਲਿਖੋ ਇੱਥੇ, ਭਾਈ ਤੁਸੀਂ ਸਿੱਖਿਆ ਲਈ ਆਏ ਹੋ, ਇੱਥੋਂ ਸਿੱਖ ਕੇ ਜਾਇਓ ਤੇ ਘਰ ਜਾ ਕੇ ਉਸ ਸਿੱਖਿਆ ਨੂੰ ਅਪਣਾਇਓ। ਪਰ ਸਾਡੀ ਅੱਜ ਦੀ ਹਾਲਤ, ਅਸੀਂ ਗੁਰੂ ਘਰ ਤੇ ਆਉਂਦੇ ਹਾਂ, ਵੇਖਦੇ ਹਾਂ ਬੱਚੇ ਬੜੀ ਸੇਵਾ ਕਰਦੇ ਨੇ। ਦਾਸ ਜਦੋਂ ਇਸ ਸਥਾਨ ਤੇ ਆਇਆ ਹੈ, ਬੱਚਿਆਂ ਦੀ ਕਲਾਸਾਂ ਹੁਣ ਵੀ ਲੱਗਦੀਆਂ ਨੇ ਅੰਮ੍ਰਿਤ ਵੇਲੇ 7 ਤੋਂ 8। ਕੁਝ ਬੱਚੇ, ਕੁਝ ਸਿਆਣੇ ਆਉਂਦੇ ਨੇ, ਬਜ਼ੁਰਗ ਹੋਣ ਦੇ ਨਾਤੇ ਬੈਠਦੇ ਨੇ, ਆ ਕੇ ਬਾਣੀ ਦੀ ਸੰਥਿਆ, ਗੁਰ ਇਤਿਹਾਸ ਦੀ ਸੰਥਿਆ। ਪਿਛਲੇ ਸਾਲ ਜਿਸ ਸਮੇਂ ਮੈਂ ਇਸ ਸਥਾਨ ਤੇ ਆਇਆ, ਔਰ ਬਹੁਤ ਬੱਚੇ, ਕਰੀਬ 50, 60, ਸ਼ਾਇਦ 70 ਬੱਚੇ ਹੌਲੀ ਹੌਲੀ ਹੋ ਗਏ ਸਨ, ਜਿਹੜੇ ਨਿਤਨੇਮ ਦੇ ਨਾਲ, ਗੁਰੂ ਇਤਿਹਾਸ ਦੇ ਨਾਲ ਜੁੜੇ, ਜਿਨ੍ਹਾਂ ਦੇ ਕਰਕੇ ਸਾਡੀ ਵਾਕਬੀ ਭਾਈ ਸਰਬਜੀਤ ਸਿੰਘ ਜੀ ਕੜਾਮ, ਬਲਜਿੰਦਰ ਸਿੰਘ ਜੀ, ਇਹਨਾਂ ਦੇ ਨਾਲ ਸਾਂਝ ਹੋਈ। ਕਿਉਂਕਿ ਇਹਨਾਂ ਨੂੰ ਬੁਲਾਉਣਾ ਕੀਤਾ, ਭਾਈ ਤੁਸੀਂ ਐਜੂਕੇਟ ਪੰਜਾਬ ਪ੍ਰੋਜੈਕਟ ਨੂੰ ਲੈ ਕੇ ਤੁਰੇ ਹੋਏ ਹੋ ਤੇ ਅਸੀਂ ਗੁਰੂ ਘਰਾਂ ਵਿੱਚ ਬੈਠੇ ਹਾਂ, ਆਓ ਸਾਡਾ ਸਾਥ ਦਿਓ ਤਾਂ ਕਿ ਅਸੀਂ ਇੱਥੇ ਆਪਣੀ ਜਿਹੜੀ ਸਾਡੀ ਪਨੀਰੀ ਹੈ ਨਾ, ਆਉਣ ਵਾਲੀ ਸਾਡੀ ਸਿੱਖੀ ਦੀ ਨੀਂਹ ਹੈ, ਜਿੱਥੇ ਅਸੀਂ ਆਪਣੇ ਤੌਰ ਤੇ ਲੱਗੇ ਹੋਏ ਹਾਂ, ਉੱਥੇ ਤੁਸੀਂ ਵੀ ਸਾਥ ਦਿਓ। ਸਾਰਿਆਂ ਨੇ ਹੀ ਬਹੁਤ ਸਾਥ ਦਿੱਤਾ। ਦਸਤਾਰ ਅਕੈਡਮੀ ਕੈਂਪ ਵੱਲੋਂ ਕੈਂਪ ਵੀ ਲਾਏ ਜਾਂਦੇ ਨੇ। ਸੋ ਕਹਿਣ ਤੋਂ ਭਾਵ ਕਿ ਕਿ ਗੁਰੂ ਘਰੋਂ ਕੁਝ ਸਿੱਖ ਕੇ ਜਾਈਏ। ਹੁਣ ਮੈਂ ਜਦੋਂ ਜੀਵਨ ਵਿੱਚ ਵੇਖਦਾ ਨਾ, ਸਾਡੇ ਗੁਰਸਿੱਖ ਅੰਮ੍ਰਿਤ ਵੇਲੇ ਆਉਂਦੇ ਨੇ, ਝਾੜੂ ਫੇਰਦੇ ਨੇ, ਪੋਚਾ ਵੀ ਲਾਉਂਦੇ ਨੇ, ਭਾਂਡਿਆਂ ਦੀ ਸੇਵਾ, ਇੱਕ ਦੂਜੇ ਕੋਲੋਂ ਖੋ ਖੋ ਕੇ ਭਾਂਡੇ ਧੋਂਦੇ ਨੇ। ਪਰ ਜਦੋਂ ਮੈਂ ਉਹਨਾਂ ਨੂੰ ਘਰ ਵੇਖਦਾ ਤੇ ਘਰ ਵਾਰੀ ਬੰਨੀ ਹੁੰਦੀ ਹੈ ਕਿ ਅੱਜ ਬੇਬੇ ਤੇਰੀ ਵਾਰੀ ਹੈ, ਤੇ ਨੂੰਹ ਕਹਿੰਦੀ ਬੇਬੇ ਤੇਰੀ ਵਾਰੀ, ਬੇਬੇ ਕਹਿੰਦੀ ਨਹੀਂ ਤੇਰੀ ਵਾਰੀ। ਇੱਥੇ ਅਸੀਂ ਇੱਕ ਦੂਜੇ ਕੋਲ ਹੱਥ ਜੋੜ ਜੋੜ ਕੇ ਮੰਗਦੇ ਆ, ਜੀ ਬਾਟਾ ਮੈਨੂੰ ਦੇ ਦਿਓ, ਥਾਲ ਮੈਨੂੰ ਦੇ ਦਿਓ। ਘਰ ਵੀ ਸਾਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ। ਇਹ ਗੁਰੂ ਘਰੋਂ ਸਿੱਖ ਕੇ ਜਾਈਦਾ। ਇਹ ਸਿੱਖਿਆ ਦਾ ਕੇਂਦਰ ਹੈ। ਜਿੱਥੇ ਪੂਜਾ ਦਾ, ਜਿੱਥੇ ਬਾਣੀ ਦਾ ਕੇਂਦਰ ਹੈ ਨਾ, ਉੱਥੇ ਇਹ ਸਿੱਖਿਆ ਦਾ ਵੀ ਕੇਂਦਰ ਹੈ। ਇਸ ਕਰਕੇ ਵਾਰ-ਵਾਰ ਇਹ ਕਹੀਦਾ ਹੈ ਕਿ ਭਾਈ ਤੁਸੀਂ ਗੁਰੂ ਘਰ ਆਇਓ ਤੇ ਇੱਥੋਂ ਜ਼ਰੂਰ ਕੁਝ ਸਿੱਖ ਕੇ ਜਾਇਓ। ਸਿੱਖੀ ਸਿੱਖਿਆ ਗੁਰ ਵਿਚਾਰ। ਫਿਰ ਮੈਂ ਆਰੰਭਤਾ ਕੀਤੀ ਸੀ, ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਪਾਤਸ਼ਾਹ ਕਹਿੰਦੇ ਨੇ ਤੂੰ ਸੁਣਨ ਵਾਸਤੇ ਆਇਆ ਸੈਂ, ਤੂੰ ਪੜਨ ਵਾਸਤੇ ਆਇਆ ਸੈਂ, ਕੁਝ ਸਿੱਖਣ ਵਾਸਤੇ ਆਇਆ ਸੈਂ, ਕੁਝ ਸਮਝਣ ਵਾਸਤੇ ਆਇਆ ਹੈ ਸੈਂ। ਪਰ ਹਾਲਤ ਸਾਡੀ ਕੀ ਹੋ ਗਈ? ਨਾਮ ਵਿਸਾਰ। ਨਾਮ ਗੁਰੂ ਦੀ ਮੱਤ ਹੈ। ਇੱਕ ਧਿਆਨ ਦੇਣਾ, ਰੋਜ਼ ਰਹਿ ਰਸ ਵਿੱਚ ਆਪਾਂ ਪੜ੍ਹਦੇ ਹਾਂ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ। ਗੁਰੂ ਦੀ ਮੱਤ, ਗੁਰੂ ਦੇ ਸਿੱਖ ਵਾਸਤੇ ਨਾਮ ਹੈ। ਰੋਜ਼ ਸਵਾਲ ਕਰਦੇ ਹਨ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ, ਕਿਹੜੀ ਉਹ ਵਿਧੀ, ਕਿਹੜੀ ਉਹ ਜੁਗਤੀ ਹੈ ਜਿਸ ਨਾਲ ਸਾਡੇ ਤੇ ਪ੍ਰਭੂ ਪਰਮਾਤਮਾ ਦੇ ਵਿੱਚ, ਗੁਰੂ ਦੇ ਵਿੱਚ ਕੰਧਾਂ ਬਣੀਆਂ, ਵੱਟਾਂ ਬਣੀਆਂ, ਨੂੰ ਕਿਵੇਂ ਟੱਠਣਗੀਆਂ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੂੰ ਧੁਰ ਤੂੰ ਲਿਖਵਾ ਕੇ ਆਇਆ ਕਿ ਮੈਂ ਤੇਰੀ ਰਜ਼ਾ ਵਿੱਚ, ਭਾਵ ਤੇਰੀ ਮਰਿਆਦਾ ਵਿੱਚ ਰਵਾਂਗਾ। ਜਿਹੜਾ ਤੂੰ ਮੈਨੂੰ ਰਸਤਾ ਦਿੱਤਾ, ਮੈਂ ਉਸ ਰਸਤੇ ਤੇ ਚੱਲਾਂਗਾ, ਮੈਂ ਉਸ ਤੋਂ ਬਾਹਰ ਨਹੀਂ ਜਾਵਾਂਗਾ। ਪੜ੍ਹਦੇ ਨਾ ਬਾਣੀ ਵਿੱਚ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨਹੁ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੂੰ ਕਿਹਾ ਉਸ ਨੂੰ ਭਲਾ ਕਰਕੇ ਮੰਨਣਾ, ਉਹਦੀ ਚਾਲ ਤੇ ਚੱਲਣਾ ਹੈ। ਸਾਡੇ ਸਮੇਂ ਨਾ, ਜਦੋਂ ਸਾਡਾ ਸਮਾਂ ਹੁੰਦਾ ਸੀ, ਉਸ ਸਮੇਂ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ, ਕੱਚੇ ਰਸਤੇ ਹੋਣੇ। ਤੇ ਕਈ ਵਾਰ ਜਦੋਂ ਪਹਿਲਾਂ ਲੀਕ ਦੇ ਵਿੱਚੋਂ ਕੋਈ ਗੱਡਾ ਲੰਘ ਜਾਣਾ ਨਾ, ਤੇ ਉਸੇ ਲੀਕ ਦੇ ਵਿੱਚੋਂ ਸਾਰੇ ਗੱਡੇ ਲੰਘਣੇ ਬੜੇ ਸੌਖੇ ਲੰਘ ਜਾਂਦੇ ਸਨ। ਤੇ ਜੇ ਕਿਤੇ ਕੋਈ ਗੱਡਾ, ਕੋਈ ਬਲਦ ਟੇਢਾ ਹੋ ਜਾਣਾ ਨਾ, ਲੀਕ ਪਾੜ ਜਾਣੀ ਤੇ ਗੱਡਾ ਫਸ ਜਾਂਦਾ ਸੀ। ਜਾਂ ਕਹਿ ਲਈਏ ਅੱਜ ਦੇ ਸਮੇਂ ਵਿੱਚ ਟਰੈਕਟਰ ਜਿਸ ਗਾਰੇ ਦੇ ਵਿੱਚੋਂ ਰਸਤੇ ਚੋਂ ਲੰਘਿਆ, ਉਹਦੇ ਪਿੱਛੇ ਪਿੱਛੇ ਆਪਾਂ ਕੱਢੀ ਜਾਵਾਂਗੇ ਤੇ ਸੌਖਾ ਲੰਘ ਜਾਵੇਗਾ। ਤੇ ਜੇ ਕੋਸ਼ਿਸ਼ ਕਰਾਂਗੇ ਲੀਹ ਪਾੜਨ ਦੀ,
ਤੇ ਉਹ ਸਾਡਾ ਟਰੈਕਟਰ, ਉਹ ਸਾਡੀ ਗੱਡੀ ਫਸ ਜਾਵੇਗੀ। ਬਸ ਇਹੀ ਸਾਡੀ ਹਾਲਤ ਹੈ। ਜੋ ਗੁਰੂ ਨੇ ਸਾਨੂੰ ਲੀਕ, ਜੋ ਗੁਰੂ ਨੇ ਸਾਨੂੰ ਚਾਲ ਦਿੱਤੀ ਹੈ, ਜੋ ਗੁਰੂ ਨੇ ਸਾਡਾ ਸੰਵਿਧਾਨ ਬਣਾਇਆ ਹੈ, ਗੁਰੂ ਨੇ ਸਾਨੂੰ ਜਿਹੜੀ ਮਰਿਆਦਾ ਦਿੱਤੀ ਹੈ, ਜਦੋਂ ਅਸੀਂ ਉਹ ਮਰਿਆਦਾ ਨੂੰ ਛੱਡ ਦਿੰਦੇ ਹਾਂ, ਫਿਰ ਜੀਵਨ ਵਿੱਚ ਔਕੜਾਂ ਆ ਜਾਂਦੀਆਂ, ਫਿਰ ਅਸੀਂ ਦੁਖੀ ਹੁੰਦੇ ਹਾਂ। ਤੇ ਜਦੋਂ ਦੁਖੀ ਹੁੰਦੇ ਹਾਂ, ਫਿਰ ਤੁਹਾਨੂੰ ਪਤਾ ਜਿਵੇਂ ਟਰੈਕਟਰ ਕੱਢਣ ਵਾਸਤੇ ਕਿਸੇ ਨੂੰ ਬੁਲਾਉਣਾ ਪੈਂਦਾ, ਫਿਰ ਸਾਡੇ ਵੀ ਜੀਵਨ ਵਿੱਚ ਇਹੋ ਜਿਹੇ ਕਈ ਪਖੰਡੀ ਆ ਵੜਦੇ ਨੇ। ਕੋਈ ਧਾਗੇ ਤਵੀਤ ਵਾਲਾ, ਕੋਈ ਜਲ ਕਰਨ ਵਾਲਾ, ਕੋਈ ਧੂਫਾਂ ਦੇਣ ਵਾਲਾ, ਕੋਈ ਵਿਭੂਤੀ ਕਰਕੇ ਦੇਣ ਵਾਲਾ, ਕੋਈ ਟੂਣਾ ਟੰਬਰ ਕਰਨ ਵਾਲਾ। ਮੈਂ ਕਈ ਵਾਰ ਸਾਂਝ ਕਰਦਾ, ਬੱਚਿਓ ਜੇ ਆਪਾਂ ਬਾਣੀ, ਸਾਰੇ ਮਾਪੇ ਵੀ ਸੁਣਦੇ ਨੇ, ਜੇ ਅਸੀਂ ਬਾਣੀ ਪੜ੍ਹਦੇ ਹੋਈਏ ਨਾ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਅਕਲੀ ਸਾਹਿਬ ਸੇਵੀਐ। ਅਕਲ, ਗੁਰੂ ਕੋਲੋਂ ਅਕਲ ਲੈ ਕੇ ਸਿਮਰਨ ਸੇਵਾ ਕਰਨੀ, ਸਿਮਰਨ ਕਰਨਾ। ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਮਾਨ, ਅਕਲੀ ਪੜ੍ਹ ਕੇ ਬੂਝੀਐ, ਅਕਲੀ ਕੀਚੈ ਦਾਨ। ਗੱਲ ਤੇ ਅਕਲ ਦੀ ਹੋ ਗਈ ਹੈ। ਤੇ ਅਕਲ ਮਿਲਣੀ ਸਾਨੂੰ ਗੁਰੂ ਕੋਲੋਂ, ਪਹਿਲਾਂ ਮਾਤਾ ਪਿਤਾ ਗੁਰੂ, ਫਿਰ ਟੀਚਰ ਗੁਰੂ, ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਹੈ ਨੇ ਸਾਡੇ। ਜੇ ਅਸੀਂ ਗੁਰੂ ਕੋਲੋਂ ਕੁਝ ਲਵਾਂਗੇ ਨਾ, ਕੁਝ ਸਿੱਖਾਂਗੇ ਨਾ, ਗੁਰੂ ਦਾ ਦੇਖੋ ਕੋਈ ਕਸੂਰ ਨਹੀਂ। ਮਾਂ ਪਿਓ ਦਾ ਫਰਜ਼ ਹੈ ਬੱਚੇ ਦੀ ਪ੍ਰਤਿਪਾਲਨਾ ਕਰਨੀ, ਉੱਚ ਵਿਦਿਆ ਵਾਸਤੇ ਸਕੂਲ ਭੇਜਣਾ। ਹੁਣ ਬੱਚੇ ਦਾ ਕੰਮ ਹੈ ਸਕੂਲ ਵਿੱਚ ਜਾ ਕੇ ਗੁਰੂ ਨੂੰ, ਟੀਚਰ ਨੂੰ ਸੁਣਨਾ, ਸਮਝਣਾ। ਇਸੇ ਤਰ੍ਹਾਂ ਜਦੋਂ ਅਸੀਂ ਗੁਰਦਰਬਾਰ ਵਿੱਚ ਆਉਂਦੇ ਤੇ ਇੱਥੇ ਵੀ ਗੁਰੂ ਨੂੰ ਸੁਣਨਾ। ਤੇ ਜੇ ਅਸੀਂ ਤਿਆਰੀ ਵੀ ਕੀਤੀ, ਆ ਵੀ ਗਏ ਹਾਂ, ਪਰ ਅਸੀਂ ਜੇ ਗੁਰੂ ਨੂੰ ਸੁਣਿਆ ਨਾ, ਸਮਝਿਆ ਨਾ, ਜਿਵੇਂ ਸਕੂਲ ਦੇ ਵਿੱਚ ਫੇਲ ਹੋ ਜਾਂਦਾ, ਬਸ ਉਹੀ ਹਾਲਤ ਸਾਡੀ। ਫਿਰ ਉੱਤੇ ਪਤਾ ਕੀ ਬਹਾਨੇ ਲਾਏ ਜਾਂਦੇ ਨੇ ਜੀ, ਪੇਪਰ ਬਾਹਰੋਂ ਆ ਗਿਆ। ਬੱਚੇ ਸਾਡੇ ਕਈ ਵੀ, ਕਿਉਂਕਿ ਅਸੀਂ ਸਾਰੇ ਬੱਚੇ ਵਾਲੇ ਸੀ ਵੀ ਪੜ੍ਹ ਕੇ ਆਏ ਹਾਂ, ਬੱਚੇ ਵੀ ਪੜ੍ਹਦੇ ਪਏ ਨੇ, ਤੇ ਕਈ ਵਾਰ ਕਹਿਣਗੇ ਜੀ ਇਹ ਪੇਪਰ ਹੀ ਬਾਹਰੋਂ ਆ ਗਿਆ, ਪਰ ਜਿਹੜਾ ਨਾਲ ਦਾ ਬੱਚਾ ਸੀ ਉਹ ਫਸਟ ਵੀ ਆਇਆ ਹੈ, ਉਹ ਏ ਗ੍ਰੇਡ ਲੈ ਕੇ ਆਇਆ ਹੈ। ਉਹਨੂੰ ਪੁੱਛਿਆ ਵੀ ਤੈਨੂੰ ਪੇਪਰ, ਕਹਿੰਦੇ ਮੈਨੂੰ ਤੇ ਜੋ ਮਿਲਿਆ ਮੈਂ ਉਹਦੇ ਵਿੱਚੋਂ ਕੀਤਾ, ਕਿਉਂਕਿ ਉਹਨੇ ਪੜ੍ਹਿਆ ਸੀ, ਉਹਨੇ ਸੁਣਿਆ ਸੀ ਗੁਰੂ ਨੂੰ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ ਬਿਰਥਾ ਜਨਮ ਪੁਰਾਣੀ। ਫਿਰ ਕਹਿੰਦੇ ਨੇ ਸਮਝ ਅਚੇਤ ਚੇਤ ਮਨ ਮੇਰੇ। ਸਮਝ ਅਚੇਤ, ਅਚੇਤ ਹੁੰਦਾ ਬੇਸੁਰਤ। ਬੇਸੁਰਤ ਜਦੋਂ ਡਾਕਟਰ ਆਪਰੇਸ਼ਨ ਕਰਦੇ ਨੇ ਨਾ, ਤਾਂ ਜਿਹੜੇ ਮਰੀਜ਼ ਦਾ ਆਪਰੇਸ਼ਨ ਹੁੰਦਾ, ਜਿਸ ਬੰਦੇ ਦਾ, ਉਹਨੂੰ ਬੇਸੁਰਤ ਕਰ ਦਿੰਦੇ ਨੇ। ਬੇਸੁਰਤ ਕਰਕੇ ਤੇ ਚੀਰ ਫਾੜ ਜੋ ਮਰਜ਼ੀ ਕਰ ਦਿਓ, ਉਹਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ, ਕਿਉਂ ਬੇਸੁਰਤ ਹੈ। ਇਸੇ ਤਰ੍ਹਾਂ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਸਮਝ ਅਚੇਤ ਚੇਤ ਮਨ ਮੇਰੇ, ਤੂੰ ਬੇਸੁਰਤ ਹੋਇਆ ਹੈ, ਆਪਣੀ ਚੇਤਨਤਾ ਨੂੰ ਜਗਾ। ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ। ਇਹ ਜਿਹੜੀ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਹੈ ਨਾ, ਇਹ ਉਸ ਅਕਥ ਪ੍ਰਭੂ ਪਰਮਾਤਮਾ ਦੀ ਕਥਾ ਹੈ। ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਥੀ ਸੰਤਨ ਅਕਥ ਕਹਾਣੀ। ਸੰਤ ਮਹਾਂਪੁਰਸ਼ਾਂ ਨੇ, ਗੁਰ ਸਾਹਿਬਾਨਾਂ ਨੇ, ਭਗਤ ਜਨਾਂ ਨੇ, ਮਹਾਂਪੁਰਸ਼ਾਂ ਨੇ, ਗੁਰਸਿੱਖਾਂ ਦੀ ਬਾਣੀ ਹੈ ਸਾਰੀ। ਇਹ ਉਸ ਪ੍ਰਭੂ ਪਰਮਾਤਮਾ ਦੀ ਕਥਾ। ਪਰ ਜਦੋਂ ਤਾਈਂ ਅਸੀਂ ਜਾਗਦੇ ਨਹੀਂ, ਜਦੋਂ ਤੱਕ ਸੁੱਤੇ ਪਏ ਹਾਂ, ਫਿਰ ਤਾੜਨਾ ਕੀਤੀ ਗੁਰੂ ਪਾਤਸ਼ਾਹ ਨੇ। ਮੈਂ ਪੰਕਤੀਆਂ ਸਾਂਝੀਆਂ ਕੀਤੀਆਂ ਸਨ ਪਹਿਲਾਂ, ਵਾਰੋ ਵਾਰੀ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਪਾਤਸ਼ਾਹ ਬਖਸ਼ਿਸ਼ ਕਰਦੇ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਮਾਨਸ ਜੂਨ ਨਾ ਆਖੀਐ, ਪਸ਼ੂ ਢੋਰ ਗਾਵਾਰ। ਇੱਥੇ 3 ਸ਼ਬਦ ਵਰਤੇ ਨੇ, ਪਸ਼ੂ ਢੋਰ ਗਾਵਾਰ। ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨੀ ਨਹੀਂ, ਗੁਰੂ ਨੂੰ ਸਮਝਿਆ ਨਹੀਂ, ਗੁਰੂ ਦੇ ਨਾਲ ਸਾਂਝ ਨਹੀਂ ਕੀਤੀ, ਪਾਤਸ਼ਾਹ ਕਹਿੰਦੇ ਨੇ ਉਹਨੂੰ ਮਾਨਸ ਜੂਨ ਨਹੀਂ ਕਹਿ ਸਕਦੇ, ਮਨੁੱਖ ਨਹੀਂ ਕਹਿ ਸਕਦੇ। ਥੋੜਾ ਜਿਹਾ ਸੌਖਾ ਸਮਝ ਆਵੇਗਾ। ਬਾਣੀ ਕਹਿੰਦੀ ਹੈ ਕਿ ਕਰਤੂਤ ਪਸ਼ੂ ਕੀ, ਮਾਨਸ ਜਾਤ, ਲੋਕ ਪਚਾਰਾਂ ਕਰਾਂ ਦਿਨ ਰਾਤ। ਹੈ ਤਾਂ ਮਨੁੱਖ, ਪਰ ਕਰਤੂਤਾਂ ਜਿਹੜੀਆਂ ਨੇ ਉਹ ਪਸ਼ੂਆਂ ਵਾਲੀਆਂ ਨੇ। ਪਸ਼ੂ ਕੀ ਕਰਦਾ? ਜਿਹੜੇ ਜ਼ਿਮੀਂਦਾਰ ਨੇ, ਜਿਨ੍ਹਾਂ ਦੇ ਘਰ ਵਿੱਚ ਡੰਗਰ ਨੇ, ਉਹਨਾਂ ਨੂੰ ਪਤਾ ਹੈ
ਡੰਗਰ ਕਿੱਲੇ ਤੋਂ ਖੁੱਲ ਜਾਵੇ ਨਾ, ਉਹ ਕੀ ਕਰਦਾ, ਪਹਿਲਾਂ ਨਾ ਆਪਣੇ ਨਾਲ ਦੇ ਡੰਗਰ ਦੇ ਸਿੰਗ ਮਾਰੇਗਾ। ਵੇਖਿਓ ਕਦੇ ਜਦੋਂ ਡੰਗਰ ਖੁੱਲਦਾ ਨਾ, ਉਹ ਪਹਿਲਾਂ ਨਾਲ ਦੇ ਆਪਣੇ ਡੰਗਰ ਦੇ ਸਿੰਗ ਮਾਰੇਗਾ, ਉਹਦਾ ਕਿੱਲਾ ਤੜਾਉਣ ਨੂੰ ਕਰੇਗਾ, ਉਹਦਾ ਸੰਗਲ ਤੋੜਨ ਨੂੰ ਕਰੇਗਾ, ਉਹਦੀਆਂ ਚੀਕਾਂ ਕਢਾਵੇਗਾ। ਡਾਂ ਡਾਂ ਰਿੰਗਦਾ ਨਾ, ਜਦੋਂ ਚੱਕਰ ਵੱਜਦੀ ਹੈ ਫਿਰ ਬਾਹਰ ਨੂੰ ਭੱਜਦਾ ਹੈ। ਤੇ ਜਦੋਂ ਘਰੋਂ ਬਾਹਰ ਨਿਕਲ ਜਾਵੇ ਫਿਰ ਉਹਦੇ ਅੱਗੇ ਚਾਹੇ ਕੁੱਪ ਆ ਜਾਏ, ਗੁਹਾਰਾ ਆ ਜਾਏ, ਕੋਈ ਬੂਝਾ ਆ ਗਿਆ, ਕਿਸੇ ਦੀ ਸਬਜ਼ੀ ਆ ਗਈ, ਕਿਸੇ ਦੀ ਕਿਆਰੀ ਵਿੱਚ ਜਾ ਲੇਟਿਆ, ਕਿਸੇ ਫਸਲ ਵਿੱਚ ਜਾ ਲੇਟਿਆ, ਉਹ ਨੁਕਸਾਨ ਹੀ ਕਰਦਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਰਤੂਤ ਪਸ਼ੂ ਕੀ। ਇਸੇ ਤਰ੍ਹਾਂ ਇਹ ਮਨੁੱਖ ਹੈ ਮਨੁੱਖ, ਪਰ ਜਦੋਂ ਸਮਝ ਨਹੀਂ, ਗੁਰੂ ਦੀ ਵਿਚਾਰ ਨਹੀਂ, ਤੇ ਇਹ ਫਿਰ ਪਹਿਲਾਂ ਘਰ ਵਿੱਚ ਝਗੜੇ ਕਰਦਾ, ਭੈਣ ਭਰਾ ਲੜਦੇ ਨੇ, ਸ਼ਰੀਕੇ ਵਿੱਚ ਲੜਦਾ, ਆਂਢ ਗੁਆਂਢ ਵਿੱਚ ਲੜਦਾ। ਤੇ ਗੁਰੂ ਪਾਤਸ਼ਾਹ ਫਿਰ ਕਹਿੰਦੇ ਨੇ ਕਿ ਲੋਕ ਵਿਚਾਰਾਂ ਕਰੇ ਦਿਨ ਰਾਤ, ਹੈ ਤੇ ਮਨੁੱਖ, ਪਰ ਇਹਦੀਆਂ ਕਰਤੂਤਾਂ ਜਿਹੜੀਆਂ ਨੇ ਉਹ ਪਸ਼ੂ ਵਾਲੀਆਂ ਨੇ। ਇਸ ਕਰਕੇ ਇਹ ਹੈ ਬੰਦਾ ਪਰ ਹੈ ਪਸ਼ੂ। ਹੁਣ ਇੱਕ ਹੋਰ ਸ਼ਬਦ ਮੈਂ ਆਪ ਜੀ ਨਾਲ ਸਾਂਝ ਕਰ ਲਵਾਂ। ਪਾਤਸ਼ਾਹ ਕਹਿੰਦੇ ਨੇ ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸੁਵਾਰੈ। ਇੱਥੇ ਅੱਖਰੀ ਅਰਥ ਜਦੋਂ ਕਰਦੇ ਆ ਕਿ ਜੇ ਮਨੁੱਖ ਮਰ ਜਾਵੇ ਤਾਂ ਕਿਸੇ ਕੰਮ ਦਾ ਨਹੀਂ, ਪਰ ਅੱਜ ਸਾਇੰਸ ਨੇ, ਮੈਡੀਕਲ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ। ਬਹੁਤ ਸਾਰੇ ਅੰਗ ਨੇ ਸਰੀਰ ਦੇ ਕੰਮ ਆ ਸਕਦੇ ਨੇ, ਕਿਡਨੀਜ਼ ਕੰਮ ਆ ਸਕਦੀਆਂ ਨੇ, ਬਲਕਿ ਦਿਲ ਵੀ ਟ੍ਰਾਂਸਪਲਾਂਟ ਕੀਤਾ ਜਾ ਸਕਦਾ, ਅੱਖਾਂ ਵੀ ਬਦਲੀਆਂ ਜਾ ਸਕਦੀਆਂ ਨੇ। ਕਈ ਅੰਗ ਇਹੋ ਜਿਹੇ ਨੇ ਜਿਹੜੇ ਮਨੁੱਖ ਦੇ ਕੰਮ ਆ ਸਕਦੇ ਨੇ। ਜੇ ਅਸੀਂ ਅੱਖਰੀ ਅਰਥ ਇਹ ਕਰਦੇ ਹਾਂ ਨਾ ਕਿ ਨਰੂ ਮਰੈ ਨਰ ਕਾਮ ਨਾ ਆਵੈ, ਜੇ ਮਨੁੱਖ ਮਰੇ ਤਾਂ ਉਹ ਕੰਮ ਨਹੀਂ ਆਉਂਦਾ, ਪਰ ਪਾਤਸ਼ਾਹ ਅੱਜ ਦੇ ਸਮੇਂ ਵਿੱਚ ਸਾਇੰਸਦਾਨਾਂ ਨੇ, ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਕਿ ਇਸ ਦੇ ਸਰੀਰ ਦੇ ਵਿੱਚੋਂ ਬੜੇ ਅੰਗ ਜਿਹੜੇ ਉਹ ਕੰਮ ਆ ਸਕਦੇ ਨੇ, ਬਲਕਿ ਸਰੀਰ ਹੀ ਸਾਰਾ ਜੇ ਆਪਾਂ ਮੈਡੀਕਲ ਕਾਲਜ ਨੂੰ ਦੇ ਦਈਏ ਤੇ ਉਹ ਸਾਰਾ ਕੰਮ ਆ ਸਕਦਾ ਹੈ, ਕਿਉਂਕਿ ਉਹਨਾਂ ਨੇ ਚੀਰ ਫਾੜ ਕਰਕੇ ਇਹਦੇ ਵਿੱਚੋਂ ਵੇਖਣਾ ਹੈ ਜਿਹੜੇ ਆਉਣ ਵਾਲੇ ਸਮੇਂ ਵਿੱਚ ਆਪਰੇਸ਼ਨ ਕਰਨੇ ਨੇ। ਹੁਣ ਇੱਥੇ ਕਿਹੜੀ ਗੱਲ ਨੂੰ ਕਿਹਾ ਗਿਆ ਨਰੂ? ਇਨਸਾਨੀਅਤ ਨੂੰ, ਮਨੁੱਖਤਾ ਨੂੰ। ਗੁਰੂ ਪਾਤਸ਼ਾਹ ਕਹਿੰਦੇ ਨੇ, ਹੇ ਮਨੁੱਖ, ਜਦੋਂ ਤੇਰੇ ਅੰਦਰੋਂ ਮਨੁੱਖਤਾ ਮਰ ਜਾਂਦੀ ਹੈ ਤਾਂ ਤੂੰ ਕਿਸੇ ਕੰਮ ਦਾ ਨਹੀਂ। ਮਨੁੱਖਤਾ ਕਿਹਦੇ ਅੰਦਰੋਂ ਮਰਦੀ? ਜਿਹਦੇ ਕੋਲ ਵਿਚਾਰ ਨਹੀਂ, ਜਿਹਦੇ ਕੋਲ ਸਮਝ ਨਹੀਂ। ਜੇ ਸਮਝ ਨਹੀਂ ਨਾ, ਉਹਦੇ ਅੰਦਰੋਂ ਮਨੁੱਖਤਾ ਮਰੀ ਹੋਈ ਹੈ। ਉਹਨੂੰ ਗੁਰੂ ਪਾਤਸ਼ਾਹ ਨੇ ਕਿਹਾ ਨਾ, ਪਸ਼ੂ ਢੋਰ ਗਾ ਵਾਰ। ਵਾਹਿਗੁਰੂ ਫਿਰ ਕੀ ਕਹਿੰਦੇ ਨੇ ਕਿ ਪਸ਼ੂ ਮਰੈ ਦਸ ਕਾਜ ਸੁਵਾਰੈ। ਪਰ ਜਦੋਂ ਅੰਦਰੋਂ ਪਸ਼ੂ ਬਿਰਤੀ ਮਰ ਜਾਂਦੀ ਹੈ, ਸਾਡੇ ਅੰਦਰ ਪਸ਼ੂ ਬਿਰਤੀ ਹੈ ਨਾ ਜਿਹੜੀ, ਢੁੱਡ ਮਾਰਨਾ, ਕਿਸੇ ਦਾ ਨੁਕਸਾਨ ਕਰਨਾ, ਨਿੰਦਿਆ ਕਰਨੀ, ਚੁਗਲੀ ਕਰਨੀ, ਈਰਖਾ ਕਰਨੀ, ਝਗੜੇ ਖੜੇ ਕਰਨੇ, ਇਹ ਸਾਰੀ ਪਸ਼ੂ ਬਿਰਤੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੀਆਂ ਪਸ਼ੂ ਬਿਰਤੀਆਂ ਨੇ। ਇਹ ਬਿਰਤੀ ਗੁਰੂ ਦੇ ਦੁਆਰਾ ਮਾਰੀ ਜਾ ਸਕਦੀ ਹੈ। ਇਸੇ ਕਰਕੇ ਆਰੰਭਤਾ ਚ ਕਿਹਾ ਸੀ ਨਾ, ਧਰਮਾਂ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵੜ। ਮੇਰੀ ਸੁਰਤੀ ਦੇ ਦਰਵਾਜ਼ੇ ਖੋਲ, ਤਾਂ ਕਿ ਮੇਰੀ ਪਸ਼ੂ ਬਿਰਤੀ ਜਿਹੜੀ ਮੇਰੇ ਅੰਦਰ ਬੈਠੀ ਹੋਈ ਹੈ ਨਾ, ਇਹ ਤੇਰੀ ਵਿਚਾਰ ਦੇ ਨਾਲ, ਜਦੋਂ ਤੂੰ ਵਿਚਾਰ ਮੈਨੂੰ ਦੇਵੇਂਗਾ ਨਾ, ਤੇ ਤਾਂ ਜਾ ਕੇ ਇਹ ਮੇਰੀ ਪਸ਼ੂ ਬਿਰਤੀ ਜਿਹੜੀ ਉਹ ਠੀਕ ਹੋਣੀ। ਪਸ਼ੂ ਮਰੈ ਦਸ ਕਾਜ ਸੁਵਾਰੈ। ਪਾਤਸ਼ਾਹ ਕਹਿੰਦੇ ਨੇ, ਜਦੋਂ ਅੰਦਰੋਂ ਪਸ਼ੂ ਬਿਰਤੀ ਮਰ ਜਾਂਦੀ ਹੈ ਤਾਂ ਇਹ ਮਨੁੱਖ ਕਰਦਾ ਹੈ। ਹੁਣ ਵਾਲੀ ਉਹ ਗੁਰੂ ਦਰ ਤੋਂ ਆ ਕੇ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਕਿਉਂਕਿ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਦੀ ਪਸ਼ੂ ਬਿਰਤੀ, ਉਹਨੂੰ ਕਿਹਾ ਗਿਆ ਨਾ, ਮਨ ਮੈਲਾ ਸਭ ਕਿਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਅਸੀਂ ਬਾਹਰੋਂ ਬਹੁਤ ਸਫਾਈ ਕਰ ਲਈ ਹੈ, ਕਰ ਅੰਦਰ ਦੀ ਸਫਾਈ ਜਿਹੜੀ ਉਹ ਗੁਰੂ ਦੇ ਸ਼ਬਦ ਦੇ ਨਾਲ ਹੈ। ਗੁਰੂ ਪਾਤਸ਼ਾਹ ਨੇ ਕਿਹਾ ਨਾ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਜਦੋਂ ਇੱਥੇ ਆਵਾਂਗੇ, ਗੁਰੂ ਕੋਲ ਸਿੱਖਿਆ ਲਵਾਂਗੇ, ਗੁਰੂ ਕਹਿੰਦੇ ਨੇ ਝੂਠ ਨਹੀਂ ਬੋਲਣਾ, ਕਿਸੇ ਦਾ ਹੱਕ ਨਹੀਂ ਮਾਰਨਾ, ਮਾੜਾ ਨਹੀਂ ਬੋਲਣਾ, ਵੱਡਿਆਂ ਨੂੰ ਪਿਆਰ ਕਰਨਾ, ਛੋਟਿਆਂ ਨੂੰ, ਵੱਡਿਆਂ ਦਾ ਸਤਿਕਾਰ ਕਰਨਾ, ਛੋਟਿਆਂ ਨੂੰ ਪਿਆਰ ਕਰਨਾ, ਮਾਤਾ ਪਿਤਾ ਦੀ ਸੇਵਾ ਕਰਨੀ। ਇਹ ਸਾਰੇ ਕਾਰਜ ਗੁਰੂ ਘਰ ਦੱਸਿਆ ਜਾਂਦਾ ਨਾ। ਵਾਹਿਗੁਰੂ, ਇਹ ਕਾਲ ਖਾਏ
किछ हथों दे नानक रा पछाणै से। बल्कि भाई गुरदास जी ਦੀਆਂ ਪੰਕਤੀਆਂ मैं ਸਾਂਝੀਆਂ ਕਰ ਲਵਾਂ। ਭਾਈ ਗੁਰਦਾਸ ਜੀ ਨੇ ਦੱਸਿਆ ਹੈ ਕਿ ਗੁਰਸਿੱਖ ਕਿਹੋ ਜਿਹਾ ਹੁੰਦਾ ਹੈ। ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ। ਗੁਰੂ ਨੇ ਸਾਨੂੰ ਅੰਦਰੋਂ ਸਿਆਣੇ ਕਰਨਾ। ਗੋਬਿੰਦ ਭਾਉ ਭਗਤ ਦਾ ਭੁੱਖਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਦਾ ਸਿੱਖ ਅੰਦਰੋਂ ਸਿਆਣਾ ਹੈ। ਤੇ ਫਿਰ ਉਹਦੀ ਅਗਲੀ ਅਵਸਥਾ ਦੱਸਦੇ ਨੇ, ਸ਼ਬਦ ਸੁਰਤ ਸਾਵਧਾਨ ਹੋਏ ਬਿਨ ਗੁਰ ਸੁਣੇ ਹੀ ਬੋਲਾ। ਬਿਨ ਗੁਰ ਸ਼ਬਦ ਨਾ ਸੁਣੇ ਹੀ ਬੋਲਾ। ਕਹਿੰਦੇ ਜਦੋਂ ਗੁਰੂ ਦੀ ਗੱਲ ਆ ਜਾਂਦੀ ਹੈ ਨਾ, ਉਦੋਂ ਉਹ ਹੋਰ ਕੋਈ ਗੱਲ ਨਹੀਂ ਸੁਣਦਾ। ਕਲਾਸ ਲੱਗੀ ਹੋਵੇ, ਟੀਚਰ ਕਲਾਸ ਵਿੱਚ ਹੋਵੇ ਤਾਂ ਬੱਚੇ ਸ਼ਾਂਤਮਈ ਬੈਠੇ ਨੇ, ਟੀਚਰ ਨੂੰ ਸੁਣਦੇ ਨੇ। ਇਸੇ ਤਰ੍ਹਾਂ ਗੁਰੂ ਘਰ ਵੀ ਜਦੋਂ ਆਪਾਂ ਜਾਣਾ ਹੈ, ਉੱਥੇ ਜਦੋਂ ਗੁਰੂ ਦੀ ਵਿਚਾਰ, ਗੁਰੂ ਦੀ ਕਥਾ ਚੱਲਦੀ ਹੋਵੇ, ਆਪਣੇ ਮੋਬਾਈਲ ਆਪਾਂ ਬੰਦ ਕਰ ਲੈਂਦੇ ਹਾਂ। ਆਪਾਂ ਕਹਿੰਦੇ ਹਾਂ ਬੋਲਣਾ ਨਹੀਂ, ਗੁਰੂ ਨੂੰ ਸਮਝਣਾ, ਗੁਰੂ ਦੇ ਨਾਲ ਸਾਂਝ, ਗੁਰੂ ਦੇ ਨਾਲ ਜਾਣ ਪਹਿਚਾਣ ਕਰਨੀ। ਇਹ ਸਾਰੀਆਂ ਵਾਰਤਾਂ ਜਿਹੜੀਆਂ ਨਾ ਗੁਰੂ ਤੋਂ ਮਿਲਣੀਆਂ ਨੇ। ਜਦੋਂ ਅਸੀਂ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਸਰਵਣ ਕਰਾਂਗੇ, ਗੁਰਬਾਣੀ ਦੇ ਅਨੁਸਾਰ ਜੀਵਨ ਬਣਾਵਾਂਗੇ। ਮੈਂ ਇੱਕ ਸਾਂਝ ਕਰ ਲਵਾਂ ਛੋਟੀ ਜੀ। ਮੈਂ ਗਾਥਾ ਸੁਣ ਰਿਹਾ ਸਾਂ। 4 ਬੱਚੇ ਕਿਤੇ ਵਿਆਹ ਤੇ ਜਾਣਾ ਸੀ ਉਹਨਾਂ ਨੇ। ਅਗਲੇ ਦਿਨ ਉਹਨਾਂ ਦਾ ਟੈਸਟ ਸੀ। ਭਾਈ ਸਾਹਿਬ ਜੀ ਸੁਣਾ ਰਹੇ ਸਨ। ਤੇ ਜਦੋਂ ਰਾਤ ਪਾਰਟੀ ਵਿੱਚ ਗਏ, ਲੇਟ ਹੋ ਗਏ, ਦੂਸਰੇ ਦਿਨ ਸਕੂਲ ਆਉਣਾ ਸੀ ਤੇ ਆਪਣੇ ਕੱਪੜੇ ਜਿਹੜੇ ਨਾ, ਵਰਦੀ ਯੂਨੀਫਾਰਮ ਜਿਹੜੀ ਸੀ ਉਹ ਲਬੇੜ ਲਈ ਉਹਨਾਂ ਨੇ। ਔਰ ਆ ਕੇ ਟੀਚਰ ਨੂੰ ਕਹਿਣ ਲੱਗੇ, ਟੀਚਰ ਕਹਿਣ ਲੱਗੇ ਵੀ ਤੁਹਾਡਾ ਅੱਜ ਟੈਸਟ ਹੈ, ਤਿਆਰੀ ਕੀਤੀ? ਨਹੀਂ ਜੀ, ਰਾਤ ਸਾਡੀ ਗੱਡੀ ਪੈਂਚਰ ਹੋ ਗਈ ਸੀ ਤੇ ਅਸੀਂ ਤਿਆਰੀ ਨਹੀਂ ਕਰ ਸਕੇ। ਟੀਚਰ ਬੜਾ ਸਿਆਣਾ ਸੀ, ਕਹਿੰਦੇ ਨੇ ਕੋਈ ਗੱਲ ਨਹੀਂ, ਜੇ ਤੁਹਾਡੇ ਕੋਲੋਂ ਨਹੀਂ ਤਿਆਰੀ ਹੋਈ ਤੇ ਮੈਂ 2 ਸਵਾਲ ਪਾਉਣੇ ਨੇ, ਉਹਨਾਂ ਦੋਵਾਂ ਦਾ ਜਵਾਬ ਦੇ ਦਿਓ। ਇੱਕ ਸਵਾਲ 1 ਨੰਬਰ ਦਾ ਤੇ ਇੱਕ ਸਵਾਲ ਜਿਹੜਾ ਉਹ 99 ਨੰਬਰ ਦਾ ਹੈ। ਤੇ ਪਾਵਾਂਗੇ ਵੀ ਸਵਾਲ ਜਿਹੜਾ ਤੁਸੀਂ ਕੱਲ ਵੇਖ ਕੇ ਆਏ ਉਹਦੇ ਵਿੱਚੋਂ। ਚਲੋ ਟੀਚਰ ਨੇ ਕਲਾਸ ਵਿੱਚ ਬਿਠਾ ਲਿਆ ਚਾਰਾਂ ਨੂੰ। ਪਹਿਲਾ ਸਵਾਲ ਸੀ 1 ਨੰਬਰ ਦਾ ਕਿ ਆਪਣਾ ਨਾਮ ਠੀਕ ਠੀਕ ਲਿਖਣਾ ਹੈ। ਦੂਸਰਾ ਸਵਾਲ ਚਾਰਾਂ ਨੂੰ ਵੱਖ-ਵੱਖ ਕਮਰਿਆਂ ਵਿੱਚ ਬਿਠਾ ਦਿੱਤਾ ਕਿ ਚਾਰੋਂ ਲਿਖੋ ਕਿ ਕਿਹੜਾ ਟਾਇਰ ਪੈਂਚਰ ਹੋਇਆ ਹੈ। ਹੁਣ ਚਾਰੇ ਜਦੋਂ ਪੇਪਰ ਲੈ ਕੇ ਬੈਠ ਗਏ, 99 ਨੰਬਰਾਂ ਦਾ ਸਵਾਲ ਸੀ। ਹੁਣ ਚਾਰਾਂ ਨੂੰ ਇਹ ਭੁਲੇਖਾ ਪੈ ਗਿਆ ਕਿ ਅਗਲਾ ਟਾਇਰ ਸੱਜਾ ਪੈਂਚਰ ਹੋਇਆ। ਇੱਕ ਨੇ ਸੋਚਿਆ ਜੇ ਮੈਂ ਸੱਜਾ ਲਿਖ ਦਿੱਤਾ ਤਾਂ ਹੋਇਆ ਖੱਬਾ, ਤੇ ਫਿਰ ਕੀ ਕਰਾਂਗੇ। ਦੂਸਰੇ ਨੇ ਵੇਖਿਆ ਜੇ ਮੈਂ ਪਿਛਲਾ ਖੱਬਾ ਲਿਖ ਦਿੱਤਾ ਤੇ ਹੋਇਆ ਸੱਜਾ। ਚਾਰੋਂ ਇਸ ਦੁਬਿਧਾ ਵਿੱਚ ਪਏ ਹੋਏ ਕੁਝ ਦੇਰ ਬੈਠੇ ਨੇ ਤੇ ਬਾਹਰ ਆ ਕੇ ਟੀਚਰ ਦੇ ਕੋਲ ਮਾਫੀ ਮੰਗਦੇ ਨੇ। ਨਹੀਂ ਜੀ, ਸਾਡਾ ਟਾਇਰ ਪੈਂਚਰ ਨਹੀਂ ਸੀ ਹੋਇਆ, ਅਸੀਂ ਝੂਠ ਬੋਲਿਆ ਸੀ। ਦੇਖੋ, ਟੀਚਰ ਨੇ ਇਮਤਿਹਾਨ ਲਿਆ, ਗੁਰੂ ਵੀ ਸਾਡੇ ਇਮਤਿਹਾਨ ਲੈਂਦਾ ਜਦੋਂ ਅਸੀਂ ਝੂਠ ਬੋਲਦੇ ਹਾਂ ਨਾ, ਕਿਉਂਕਿ ਸਾਨੂੰ ਕਿਹਾ ਗਿਆ ਹੈ ਕਿ ਝੂਠ ਨਹੀਂ ਬੋਲਣਾ। ਤਾਂ ਸਾਨੂੰ ਉਹਨਾਂ ਦੀ ਕਿਰਤ ਕਰਨੀ ਹੈ, ਕਿਸੇ ਦਾ ਹੱਕ ਨਹੀਂ ਮਾਰਨਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਵਾਹਿਗੁਰੂ ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਟੀਚਰ ਨੂੰ ਪਤਾ ਹੁੰਦਾ ਹੈ ਕਿ ਇਹ ਅੱਜ ਬੱਚਾ ਝੂਠ ਬੋਲਦਾ ਪਿਆ ਹੈ, ਸੱਚ ਉਹ ਕਢਾ ਲੈਂਦਾ ਹੈ। ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਕਰੀਏ ਕਿ ਅਸੀਂ ਗੁਰਬਾਣੀ ਦੇ ਅਨੁਸਾਰ ਚੱਲੀਏ, ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ, ਗੁਰੂ ਨੂੰ ਸੁਣੀਏ, ਗੁਰੂ ਨੂੰ ਸਮਝੀਏ। ਸੋ ਸਮਾਂ ਹੋ ਚੁੱਕਾ ਹੈ। ਸਮੂਹ ਸਾਧ ਸੰਗਤਾਂ ਦਾ, ਪਿਆਰੇ ਬੱਚਿਆਂ ਦਾ, ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਯੂਕੇ ਤੋਂ, ਜਿਨ੍ਹਾਂ ਨੇ ਐਜੂਕੇਟ ਪੰਜਾਬ ਪ੍ਰੋਜੈਕਟ ਨੂੰ ਮੁੱਖ ਰੱਖਦੇ ਹੋਇਆ ਗੁਰੂ ਨਾਨਕ ਮਲਟੀਵਰਸਿਟੀ ਯੂਨੀਵਰਸਿਟੀ ਵੱਲੋਂ ਇਹ ਬੜੇ ਉਪਰਾਲੇ ਕੀਤੇ ਨੇ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਦਾ ਬਹੁਤ ਜਿਨ੍ਹਾਂ ਨੇ ਤਰੀਕੇ ਬੱਚਿਆਂ ਨੂੰ ਛੋਟੀਆਂ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ, ਬੱਚਿਆਂ ਵਾਲੀਆਂ ਉਦਾਹਰਨਾਂ ਦੇ ਕੇ ਬੱਚਿਆਂ ਦੇ ਸਮਝ ਵਿੱਚ ਆਉਣ ਵਾਲੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ। ਸੋ 3 ਸੱਸਿਆਂ ਬਾਰੇ ਦੱਸਿਆ
ਸਿੱਖਿਆ ਜੋ ਭਾਈ ਸਾਨੂੰ ਚੰਗਾ ਲੱਗਿਆ ਉਹਨਾਂ ਸੁਣਨਾ ਸਮਝਾਂਗੇ ਫਿਰ ਹੀ ਉਸ ਨੂੰ ਫੋਲੋ ਕਰ ਪਾਵਾਂਗੇ। ਸੋ ਬੱਚਿਆਂ ਨੂੰ ਜ਼ਰੂਰੀ ਬੇਨਤੀ ਹੈ ਕਿ ਕਿਸੇ ਬੱਚੇ ਨੇ ਅਜੇ ਲਿਫਟ ਨਹੀਂ ਹੋਣਾਗਾ। ਬਹੁਤ ਜ਼ਰੂਰੀ ਅਨਾਉਂਸਮੈਂਟ ਕਰਨੀ ਹੈ ਲਾਸਟ ਤੇ 1-2 ਹੈਂਡ ਰੇਜ਼ ਲੈਣੇ ਆਪਾਂ। ਉਸ ਤੋਂ ਬਾਅਦ ਬਹੁਤ ਜ਼ਰੂਰੀ ਅਨਾਉਂਸਮੈਂਟ ਕਰਨੀ ਹੈ। ਕਿਸੇ ਬੱਚੇ ਨੇ ਅਜੇ ਲਿਫਟ ਨਹੀਂ ਹੋਣਾ ਜੀ, ਬੇਨਤੀ ਹੈ ਜੋ ਨਾਲ ਦੀ ਨਾਲ ਇੱਕ ਬੇਨਤੀ ਹੈ ਕਿ ਜੋ ਭਾਈ ਸਾਹਿਬ ਨੇ ਬੋਲਿਆ ਵਿਦਿਆ ਵਿਚਾਰੀ ਵਿਚਾਰ ਦੇ ਉੱਤੇ ਜਿੰਨਾ ਵੀ ਬੋਲਿਆ ਹੈਗਾ, ਸੋ ਉਸ ਨਾਲ ਸੰਬੰਧਿਤ ਜਿਹੜੇ ਬੱਚੇ ਦਾ ਕੋਈ ਕੁਐਸਚਨ ਹੈ ਉਹ ਹੈਂਡ ਰੇਜ਼ ਕਰਨਗੇ ਤੇ ਆਪਾਂ 1-2 ਹੈਂਡ ਰੇਜ਼ ਲਵਾਂਗੇ ਜੀ। 11169 ਜੀ, ਲਖਵੀਰ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਹਾਨੂੰ ਇੰਨੀ ਵਧੀਆ ਸਿੱਖਿਆ ਦਿੱਤੀ। ਤੇ ਸਰ ਮੇਰਾ ਇਹ ਕੁਐਸਚਨ ਆ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੱਜ ਕੱਲ ਆਪਾਂ ਜੋ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਉੱਥੇ ਆਪਾਂ ਕਹਿੰਦੇ ਕਿ ਬਰਤਨ ਦੀ ਸੇਵਾ ਸਾਨੂੰ ਦਿਓ ਤੇ ਆਪਾਂ ਕਹਿੰਦੇ ਨੇ ਕਿ ਕੋਈ ਕਹਿੰਦਾ ਕਿ ਸਾਨੂੰ ਦਿਓ, ਤੇ ਆਪਾਂ ਜੋ ਘਰ ਆ ਕੇ ਤਾਂ ਆਪਾਂ ਕਹਿੰਦੇ ਨੇ ਕਿ ਨਹੀਂ ਅੱਜ ਤੁਹਾਡੀ ਵਾਰੀ ਹੈ ਇਹ ਕੰਮ ਕਰਨ ਦੀ ਤੇ ਅੱਜ ਤੁਹਾਡੀ ਹੈ। ਤੇ ਜੇਕਰ ਮੈਂ ਬਹੁਤਿਆਂ ਤੋਂ ਇਹ ਸੁਣਿਆ ਹੈ ਕਿ ਹਾਂ ਇਸ ਤਰ੍ਹਾਂ ਕਹਿੰਦੇ ਨੇ ਕਿ ਗੁਰਦੁਆਰਾ ਸਾਹਿਬ ਜਾ ਕੇ ਤਾਂ ਉੱਥੇ ਬਰਤਨਾਂ ਦੀ ਸੇਵਾ ਕਰਦੇ ਨੇ ਤੇ ਪਰ ਆਪਣੇ ਘਰ ਆਪਣੇ ਮਾਤਾ ਪਿਤਾ ਨੂੰ ਕੁਝ ਪੁੱਛਦੇ ਹੀ ਨਹੀਂ। ਤੇ ਸਰ ਇੱਥੇ ਜੇ ਆਪਾਂ ਕਿਸੇ ਨੇ ਆਪਾਂ ਨੂੰ ਸਾਨੂੰ ਇੰਝ ਕਿਹਾ ਤਾਂ ਆਪਾਂ ਉਹਨੂੰ ਕਿਸ ਤਰ੍ਹਾਂ ਸਮਝਾ ਸਕਦੇ ਕਿ ਹਾਂ ਉਹ ਕੀ ਕਿਸ ਤਰ੍ਹਾਂ ਸਹੀ ਹੋ ਸਕਦਾ ਵੀ ਆਪਣੀ ਜਗ੍ਹਾ ਤੇ। ਇੱਥੇ ਬੇਟਾ ਇਸ ਤਰ੍ਹਾਂ ਕਿ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਮੈਂ ਇੱਕ ਪੰਕਤੀ ਆਪ ਜੀ ਨਾਲ ਸਾਂਝੀ ਕਰਾਂਗਾ। ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਸਾਨੂੰ ਆਪਣੇ ਕਾਰਜ ਆਪ ਸਵਾਰਨੇ ਪੈਣੇ ਨੇ। ਜੇ ਅਸੀਂ ਜੇ ਗੁਰੂ ਘਰ ਤੇ ਜਾ ਕੇ ਅਸੀਂ ਕਹੋ ਕਿ ਦੂਸਰਿਆਂ ਤੋਂ ਭਾਂਡੇ ਮਾਂਜਦੇ ਆ, ਆਪਣੇ ਭਾਂਡੇ ਜਿੱਥੇ ਪਏ ਨੇ ਉੱਥੇ ਰੁਲੇ ਪਏ ਨੇ, ਫਿਰ ਅਸੀਂ ਗੁਰੂ ਨੂੰ ਤਾਂ ਨਾ ਮੰਨਿਆ। ਸਾਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਜੇ ਗੁਰੂ ਦੇ ਰਸਤੇ ਤੇ ਚੱਲਣਾ ਹੈ ਤੇ ਫਿਰ ਸਾਨੂੰ ਆਪ ਆਪਣੇ ਕੰਮਾਂ ਨੂੰ ਕਰਨਾ ਪਏਗਾ, ਘਰ ਦੇ ਵਿੱਚ ਵੀ ਜਿਸ ਤਰ੍ਹਾਂ ਗੁਰੂ ਘਰ ਵਿੱਚ ਕਰਦੇ ਹਾਂ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ ਜੀ। ਬਹੁਤ ਬਹੁਤ ਧੰਨਵਾਦ ਜੀ। ਅੱਗੇ ਜਸਦੀਪ ਸਿੰਘ ਜੀ। ਜਸਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆ ਪੁੱਛਣਾ ਸੀ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦਾ ਮਤਲਬ ਕੀ ਹੈ? ਬੇਟਾ ਵਿਦਿਆ ਵਿਚਾਰੀ ਦਾ ਮਤਲਬ ਹੈ ਉਹਦੀ ਵਿਚਾਰ ਕਰਨੀ, ਸਮਝਣਾ। ਜਿਵੇਂ ਤੁਹਾਡੇ ਮਾਤਾ ਪਿਤਾ ਤੁਹਾਨੂੰ ਕਹਿੰਦੇ ਨਾ ਪੁੱਤਰ ਆਹ ਕੰਮ ਕਰਨਾ, ਪੜ੍ਹ ਲਿਆ ਸਮਝ ਲਿਆ ਨਾ। ਆਪਾਂ ਕੋਈ ਕੰਮ ਕਰਨਾ ਹੋਵੇ ਤੁਹਾਨੂੰ ਕਹਿ ਦਿੰਦੇ ਕਿ ਬੱਚੇ ਤੂੰ ਬਾਜ਼ਾਰ ਚੋਂ ਆਹ ਚੀਜ਼ ਲੈ ਕੇ ਆਉਣੀ ਹੈ, ਤੁਸੀਂ ਪੁੱਛਦੇ ਹੋ ਨਾ ਵੀ ਮੰਮੀ ਡੈਡੀ ਕੀ ਚੀਜ਼ ਲੈ ਕੇ ਆਉਣੀ ਦੁਬਾਰਾ, ਫਿਰ ਉਹ ਕਹਿੰਦੇ ਨੇ ਵੀ ਸਮਝ, ਇਹ ਸਮਝ ਲੈ ਵੀ ਆਹ ਚੀਜ਼ ਲੈ ਕੇ ਆਉਣੀ। ਵਿਚਾਰੀ ਉਹ ਨਹੀਂ ਵੀ ਵਿਚਾਰਾ ਇਹਨੂੰ ਫੇਲ ਹੋ ਗਿਆ। 160 ਸੌਰੀ ਜੀ, ਹਰਸ਼ਪ੍ਰੀਤ ਕੌਰ ਜੀ। ਹਰਸ਼ਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ। ਮੈਮ ਆਪਾਂ ਨੂੰ ਗੁਰਦੁਆਰੇ ਜਾ ਕੇ ਆਪਾਂ ਨੂੰ ਉੱਥੇ ਬੈਠਣਾ ਚਾਹੀਦਾ ਤਾਂ ਕਿ ਆਪਾਂ ਵਾਹਿਗੁਰੂ ਦੀ ਗੱਲਾਂ ਸੁਣ ਸਕੀਏ। ਸਾਨੂੰ ਉੱਥੇ ਜਾ ਕੇ ਬੈਠਣਾ ਚਾਹੀਦਾ ਤੇ ਕੀਰਤਨ ਸੁਣਨਾ ਚਾਹੀਦਾ ਤਾਂ ਕਿ ਆਪਾਂ ਨੂੰ ਕੁਝ ਨਵੀਂ ਕੁਝ ਸਿੱਖਿਆ ਮਿਲੇ ਤੇ ਆਪਾਂ ਨੂੰ ਧੰਨਵਾਦ ਜੀ। ਮੱਥਾ ਟੇਕ ਕੇ ਚਲਾਂਦਾ ਤੇ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਭੈਣ ਜੀ ਜਸਪ੍ਰੀਤ ਕੌਰ ਜੀ ਨੂੰ ਬੇਨਤੀ ਹੈ ਜੀ ਕਿ ਹਾਂਜੀ ਭੈਣ ਜੀ ਜਸਪ੍ਰੀਤ ਕੌਰ ਜੀ ਨੂੰ ਬੇਨਤੀ ਹੈ ਜੀ ਉਹ ਅੱਗੇ ਬੱਚਿਆਂ ਨੂੰ ਅਨਾਉਂਸਮੈਂਟ ਕਰਨਗੇ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦੀ ਹਾਂ ਭਾਈ ਸਾਹਿਬ ਗੁਰਬਖਸ਼ ਸਿੰਘ ਜਿਨ੍ਹਾਂ ਨੇ ਬੜੇ ਹੀ ਸਰਲ ਢੰਗ ਦੇ ਨਾਲ ਵਿਦਿਆਰਥੀਆਂ ਨੂੰ ਇਸ ਵਿਸ਼ੇ ਤੇ ਸਾਂਝ ਪਾਈ ਹੈ ਕਿ ਵਿਦਿਆ ਵਿਚਾਰੀਤਾ ਪਰਉਪਕਾਰੀ, ਕਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਚੱਲਣਾ ਹੈ, ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ
ਬਤੀਤ ਕਰਨਾ। ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਜੀ ਦਾ। ਤੇ ਮੈਂ ਸਟੂਡੈਂਟਸ ਨੂੰ ਇੱਕ ਹਾਂਜੀ। ਸਪੈਸ਼ਲ ਅਨਾਉਂਸਮੈਂਟ ਕਰਨੀ ਸੀ ਜੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ 1 ਜੁਲਾਈ ਨੂੰ ਸਾਰੇ ਬੱਚਿਆਂ ਦਾ ਟੈਸਟ ਹੋਇਆ ਸੀ। ਅੱਜ ਤੁਹਾਨੂੰ ਇੱਕ ਫੋਟੋ ਸ਼ੇਅਰ ਕਰਨੀ ਹੈ ਜੀ ਕਿ ਬੱਚਿਆਂ ਨੂੰ ਜਿਨ੍ਹਾਂ ਨੂੰ ਇਨਾਮ ਮਿਲਣੇ ਸ਼ੁਰੂ ਹੋ ਚੁੱਕੇ ਨੇ ਤੇ ਬਾਕੀ ਵਾਈਸਿਸ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਇਨਾਮ ਦੇ ਰਹੇ ਨੇ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਇੰਚਾਰਜਿਸ ਦੇ ਥਰੂ ਅਸੀਂ ਜਿਹੜੇ ਇਨਾਮ ਹੈ ਉਹ ਭੇਜ ਰਹੇ ਹਾਂ। ਸੋ ਇੱਕ ਫੋਟੋ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਕਿ ਕੁਝ ਕੁ ਬੱਚਿਆਂ ਨੂੰ ਜਿਨ੍ਹਾਂ ਨੂੰ ਪ੍ਰਾਈਜ਼ਸ ਮਿਲ ਗਏ ਨੇ, ਸ਼ਾਇਦ ਤੁਸੀਂ ਦੇਖ ਪਾ ਰਹੇ ਹੋਵੋਗੇ। ਜਿਹੜੇ ਬੱਚਿਆਂ ਨੇ ਕੈਂਪ ਦੇ ਵਿੱਚੋਂ ਸੁਣ ਕੇ ਬਹੁਤ ਵਧੀਆ ਅੱਗੇ ਆਨਸਰਸ ਕੀਤੇ ਤੇ ਆਪਣੇ ਜਿਹੜੇ ਨੰਬਰ ਨੇ ਉਹ ਲਏ ਸਨ, ਜਿਨ੍ਹਾਂ ਬੱਚਿਆਂ ਨੇ ਆਪਣੀ ਗਿਆਨ ਗੋਲਕ ਵਧੀਆ ਬਣਾਈ, ਉਸ ਤੋਂ ਬਾਅਦ ਉਹਨਾਂ ਨੂੰ ਸਿੱਖਿਆ ਤੇ ਟੈਸਟ ਦੇ ਕੇ ਫਿਰ ਬੱਚਿਆਂ ਨੇ ਜਿਹੜੇ ਮਾਰਕਸ ਸਨ, ਚੰਗੇ ਨੰਬਰ ਪ੍ਰਾਪਤ ਕੀਤੇ ਸਨ, ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸੋ ਹਜੇ ਵੀ ਜੋ ਬੱਚੇ ਰਹਿ ਗਏ ਨੇ ਉਹਨਾਂ ਨੂੰ ਜਿਹੜਾ ਸਨਮਾਨ ਹੈ ਜਲਦੀ ਭੇਜ ਦਿੱਤਾ ਜਾਏਗਾ। ਆਪਣੇ ਇੰਚਾਰਜਿਸ ਨੂੰ ਤੁਸੀਂ ਸਨਮਾਨ ਦੇ ਲਈ ਸੰਪਰਕ ਕਰ ਸਕਦੇ ਹੋ। ਇੱਕ ਜ਼ਰੂਰੀ ਅਨਾਉਂਸਮੈਂਟ ਸਾਰੇ ਹੀ ਸਟੂਡੈਂਟਸ ਦੇ ਲਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਭਾਈ ਤਾਰੂ ਸਿੰਘ ਜੀ ਦੇ ਜੋ ਜਨਮ ਦਿਹਾੜਾ ਹੈ ਉਹਦੇ ਨਾਲ ਸੰਬੰਧਿਤ ਇੱਕ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ। ਉਹ ਪਹਿਲਾਂ ਵੀ ਇਹ ਸਾਰਿਆਂ ਨੂੰ ਦੱਸਿਆ ਗਿਆ ਸੀ। ਔਰ ਉਸ ਤੋਂ ਇਲਾਵਾ ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰਾਂਗੀ ਕਿਰਪਾ ਕਰਕੇ ਚੈਟਿੰਗ ਨੂੰ ਬੰਦ ਕਰ ਦਿੱਤਾ ਜਾਵੇ। ਪਹਿਲਾਂ ਧਿਆਨ ਨਾਲ ਗੱਲ ਸੁਣਨੀ ਜਾਵੇ। ਇਹ ਨਾ ਹੋਵੇ ਕਿ ਅਨਾਉਂਸਮੈਂਟ ਤੁਹਾਡੀ ਮਿਸ ਹੋ ਜਾਵੇ ਤੇ ਤੁਸੀਂ ਚੈਟ ਦੇ ਵਿੱਚ ਲੱਗੇ ਰਹੋ। ਅਸੀਂ ਹੁਣ ਇੱਕ ਹੋਰ ਕੰਪੀਟੀਸ਼ਨ ਕਰਨ ਜਾ ਰਹੇ ਹਾਂ ਭਾਈ ਤਾਰੂ ਸਿੰਘ ਜੀ ਤੋਂ ਇਲਾਵਾ। ਜਿਹੜੇ ਵੀ ਬੱਚੇ ਰੋਜ਼ ਕੈਂਪ ਲਗਾਉਂਦੇ ਨੇ ਉਹਨਾਂ ਬੱਚਿਆਂ ਦੇ ਲਈ ਹੈਗਾ, ਜਿਹੜੇ ਬੱਚੇ ਰੋਜ਼ ਕੈਂਪ ਲਗਾਉਂਦੇ, ਜਿਸ ਤਰ੍ਹਾਂ ਕਿ 1 ਜੁਲਾਈ ਨੂੰ ਕੰਪੀਟੀਸ਼ਨ ਕੀਤਾ ਗਿਆ ਸੀ, ਉਸੇ ਤਰ੍ਹਾਂ ਟੈਸਟ ਲਿਆ ਗਿਆ ਸੀ, ਉਸੇ ਤਰ੍ਹਾਂ ਇੱਕ ਟੈਸਟ ਫਿਰ ਲਿਆ ਜਾਏਗਾ। ਸੋ ਸਾਰੇ ਬੱਚਿਆਂ ਨੂੰ ਬੇਨਤੀ ਹੈ ਜੋ ਕੈਂਪ ਦੇ ਵਿੱਚ ਤੁਸੀਂ ਸੁਣ ਰਹੇ ਹੋ ਉਹਦੇ ਨੋਟਸ ਚੰਗੇ ਤਰੀਕੇ ਨਾਲ ਬਣਾਓ, ਆਪਣੇ ਗਿਆਨ ਗੋਲਕ ਨੂੰ ਚੰਗੇ ਤਰੀਕੇ ਨਾਲ ਬਣਾਓ ਤੇ ਜੋ ਉਹਦੇ ਵਿੱਚੋਂ ਸੁਣ ਰਹੇ ਹੋ ਉਹਦੀ ਰਿਵੀਜ਼ਨ ਵੀ ਕਰਦੇ ਰਹੋ। ਪਰ ਉਸ ਤੋਂ ਇਲਾਵਾ ਇੱਕ ਹੋਰ ਸਪੈਸ਼ਲ ਚੀਜ਼ ਹੈ ਕਿ ਹੁਣ ਜਦੋਂ ਵੀ ਤੁਸੀਂ ਕੈਂਪ ਜੁਆਇਨ ਕਰਨਾ, ਕੈਂਪ ਜੁਆਇਨ ਕਰਕੇ ਸਿਰਫ 10 ਮਿੰਟ ਦਾ ਸਮਾਂ ਹੋਏਗਾ। 4:10 ਤੇ ਜਦੋਂ ਮਤਲਬ ਸ਼ਬਦ ਦੀ ਸਮਾਪਤੀ ਹੋਏਗੀ ਉਸ ਵੇਲੇ ਜਿਹੜੀ ਚੈਟ ਹੈ ਉਹ ਬੰਦ ਕਰ ਦਿੱਤੀ ਜਾਏਗੀ। ਉਸ ਤੋਂ ਪਹਿਲਾਂ ਜਿਹੜੇ ਵਿਦਿਆਰਥੀ ਕੈਂਪ ਦੇ ਵਿੱਚ ਹਾਜ਼ਰ ਹੋ ਜਾਣਗੇ ਉਹ ਚੈਟ ਦੇ ਵਿੱਚ ਆਪਣਾ EPP ਨੰਬਰ, ਜ਼ੋਨ ਤੇ YC ਦਾ ਨਾਮ, ਇਹ 3 ਚੀਜ਼ਾਂ ਤੇ ਬੱਚਾ ਆਪਣਾ ਨਾਮ, ਇਹ 4 ਚੀਜ਼ਾਂ ਬੱਚਾ ਲਿਖੇਗਾ। ਮੈਂ ਫਿਰ ਦੁਬਾਰਾ ਰਿਪੀਟ ਕਰ ਰਹੀ ਹਾਂ ਕਿ ਬੱਚਾ EPP ਨੰਬਰ, ਅਗਰ ਕਿਸੇ ਬੱਚੇ ਦਾ EPP ਨੰਬਰ ਨਹੀਂ ਵੀ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ। ਬੱਚਾ ਆਪਣਾ ਨੇਮ, EPP ਨੰਬਰ ਜੇ ਹੈ ਤਾਂ ਓਕੇ, ਜੇ ਨਹੀਂ ਹੈ ਤਾਂ ਵੀ ਚਲੇਗਾ। ਆਪਣੇ ਇੰਚਾਰਜ ਦਾ ਨਾਮ, ਅਗਰ ਇੰਚਾਰਜ ਦਾ ਨਾਮ ਨਹੀਂ ਪਤਾ ਤਾਂ ਤੁਸੀਂ ਆਪਣਾ ਡਿਸਟ੍ਰਿਕਟ ਲਿਖ ਸਕਦੇ ਹੋ ਕਿ ਤੁਸੀਂ ਕਿਸ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ। ਇਹ 4 ਚੀਜ਼ਾਂ ਲਿਖ ਕੇ ਤੇ ਤੁਸੀਂ ਰੋਜ਼ ਜਦੋਂ ਕੈਂਪ ਸ਼ੁਰੂ ਹੁੰਦਾ 4 ਵਜੇ ਕੈਂਪ ਸ਼ੁਰੂ ਹੁੰਦਾ 4:10 ਤੱਕ ਤੁਸੀਂ ਇਹ ਜਿਹੜਾ ਹੈਗਾ ਇਹ ਤੁਸੀਂ ਭੇਜਣਾ ਹੋਏਗਾ। 4:10 ਤੇ ਇਹ ਜਿਹੜੀ ਚੈਟਿੰਗ ਹੈ ਉਹ ਬੰਦ ਕਰ ਦਿੱਤੀ ਜਾਏਗੀ। ਜਿਹੜੇ ਬੱਚਿਆਂ ਦਾ ਉਸ ਤੋਂ ਬਾਅਦ ਇਹ ਮੈਸੇजेस ਆਣਗੇ ਉਹਨਾਂ ਨੂੰ ਕੰਸੀਡਰ ਨਹੀਂ ਕੀਤਾ ਜਾਏਗਾ। ਔਰ ਜਿਹੜੇ ਬੱਚਿਆਂ ਦੇ ਮੈਸੇजेस ਆਣਗੇ ਉਹਨਾਂ ਦੀ ਰੋਜ਼ ਦੀ ਅਟੈਂਡੈਂਸ ਹੋਏਗੀ। ਔਰ ਜਿਨ੍ਹਾਂ ਬੱਚਿਆਂ ਦੀ ਰੈਗੂਲਰ ਅਟੈਂਡੈਂਸ ਹੋਏਗੀ ਔਰ ਜਿਨ੍ਹਾਂ ਦੀ ਅਟੈਂਡੈਂਸ 95% ਤੋਂ ਉੱਪਰ ਹੋਏਗੀ ਉਹਨਾਂ ਨੂੰ ਸਪੈਸ਼ਲ ਜਿਹੜੇ ਆ ਪ੍ਰਾਈਜ਼ਸ ਦਿੱਤੇ ਜਾਣਗੇ। ਔਰ ਇਹ ਵੀ ਨਾਲ ਚੈੱਕ ਕੀਤਾ ਜਾਏਗਾ ਕਿ ਜਿਹੜੇ ਬੱਚਿਆਂ ਦੀ ਅਟੈਂਡੈਂਸ ਵੀ ਵਧੀਆ ਹੋਏਗੀ ਔਰ ਟੈਸਟ ਵਿੱਚ ਵੀ ਵਧੀਆ ਹੋਣਗੇ ਉਹਨਾਂ ਨੂੰ ਸਪੈਸ਼ਲ ਪ੍ਰਾਈਜ਼ ਹੋਏਗਾ, ਕਿਉਂਕਿ ਜਿਹੜਾ ਬੱਚਾ ਦੋਨੋਂ ਪਾਸੋਂ ਟੌਪ ਕਰੇਗਾ ਉਹਨਾਂ ਨੂੰ ਹੋਰ ਵਧੀਆ ਪ੍ਰਾਈਜ਼ ਦਿੱਤੇ ਜਾਣਗੇ। ਹੁਣ ਇੱਕ ਗੱਲ ਹੋਰ ਬੜੇ ਧਿਆਨ ਨਾਲ ਸੁਣਨਾ ਜੀ, ਮੈਂ ਸਾਰੇ ਬੱਚਿਆਂ ਨੂੰ ਫਿਰ ਬੇਨਤੀ ਕਰ ਰਹੀ ਹਾਂ, ਚੈਟ 2 ਮਿੰਟ ਦੇ ਲਈ ਬੰਦ ਕਰ ਦਿਓ। ਇੱਕ ਤਾਂ ਤੁਸੀਂ 4 ਤੋਂ ਲੈ ਕੇ 4:10 ਤੱਕ ਤੁਸੀਂ ਅਟੈਂਡੈਂਸ ਲਗਾਣੀ ਹੈ। ਉਸ ਤੋਂ ਬਾਅਦ ਜਦੋਂ ਕੈਂਪ ਖਤਮ ਹੋਏਗਾ, ਬੁਲਾਰੇ ਦੀ ਸਮਾਪਤੀ ਤੋਂ ਬਾਅਦ ਜਦੋਂ ਬੱਚੇ ਸਾਰੇ ਬੋਲ ਚੁੱਕਣਗੇ ਉਸ ਤੋਂ ਬਾਅਦ 5 ਮਿੰਟ ਦਾ ਸਮਾਂ ਦਿੱਤਾ ਜਾਏਗਾ। ਸਾਰੇ ਬੱਚਿਆਂ ਨੇ ਉਦੋਂ ਵੀ ਆਪਣੀ ਅਟੈਂਡੈਂਸ ਸੇਮ ਲਗਾਣੀ ਹੈ ਜੋ ਤੁਸੀਂ ਪਹਿਲਾਂ ਕੀਤਾ ਹੈ। ਮੈਂ ਫਿਰ ਬੇਨਤੀ ਕਰ ਰਹੀ ਹਾਂ ਕਿ ਉਸ ਵੇਲੇ ਫਿਰ ਦੁਬਾਰਾ ਤੁਸੀਂ ਅਟੈਂਡੈਂਸ ਲਗਾਣੀ ਹੈ। ਜਿਨ੍ਹਾਂ ਬੱਚਿਆਂ ਦੀ ਅਟੈਂਡੈਂਸ ਪਹਿਲਾਂ ਵੀ ਹੋਏਗੀ 4 ਵਜੇ ਵੀ, ਔਰ ਜਿਨ੍ਹਾਂ ਦੀ ਅਟੈਂਡੈਂਸ 5 ਵਜੇ ਵੀ ਹੋਏਗੀ ਉਹਨਾਂ ਦੀ ਪ੍ਰੈਜ਼ੈਂਟ ਲੱਗੇਗੀ। ਜਿਨ੍ਹਾਂ ਬੱਚਿਆਂ ਦੀ ਅਟੈਂਡੈਂਸ ਇੱਕ ਟਾਈਮ ਤੇ ਹੋਏਗੀ ਉਹਨਾਂ ਦੀ ਪ੍ਰੈਜ਼ੈਂਟ ਨਹੀਂ ਲੱਗੇਗੀ। ਸੋ ਇਸ ਕਰਕੇ ਬੇਨਤੀ ਹੈ ਜੀ, ਜਿਹੜੇ ਬੱਚੇ 4 ਵਜੇ ਵੀ ਅਟੈਂਡੈਂਸ ਲਗਾਣਗੇ, ਜਿਹੜੇ ਬੱਚੇ 5 ਵਜੇ ਵੀ ਅਟੈਂਡੈਂਸ ਲਗਾਣਗੇ, ਉਹਨਾਂ ਦੀ ਅਟੈਂਡੈਂਸ ਦੀ ਜਿਹੜੀ ਪ੍ਰੈਜ਼ੈਂਟ ਹੈ ਉਹ ਮਾਰਕ ਕੀਤੀ ਜਾਏਗੀ। ਸੋ ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰਾਂਗੀ ਜੀ ਕਿ ਸਾਰੇ ਬੱਚਿਆਂ ਨੂੰ ਮੈਂ ਫਿਰ ਬੇਨਤੀ ਕਰ ਰਹੀ ਹਾਂ ਕਿ ਤੁਸੀਂ ਆਪਣਾ ਨਾਮ ਜੁਆਇਨ ਕਰਦਿਆਂ ਸਾਰ ਆਪਣਾ ਨਾਮ, ਆਪਣਾ EPP ਨੰਬਰ ਜੇ ਹੈ ਤਾਂ ਓਕੇ, ਆਪਣੇ ਇੰਚਾਰਜ ਦਾ ਨਾਮ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਜ਼ਿਲ੍ਹਾ ਉਹ ਲਿਖਣਾ ਵੀ ਤੁਸੀਂ ਕਿਸ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ।
ਜਿਨ੍ਹਾਂ ਦੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੋਏਗੀ, ਮੰਨ ਲਓ ਈਪੀਪੀ ਨੰਬਰ ਨਹੀਂ ਹੈ, ਇੰਚਾਰਜ ਦਾ ਨਾਮ ਨਹੀਂ ਪਤਾ, ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਆਪਣਾ ਨਾਮ ਲਿਖ ਸਕਦੇ ਹੋ। ਅਸੀਂ ਜੋ ਤੁਹਾਡਾ ਨਾਮ ਹੁੰਦਾ ਤੁਸੀਂ ਉਹਦੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਜੀ। ਅਸੀਂ ਉਹਦੇ ਤੋਂ ਵੀ ਚੈੱਕ ਕਰ ਲਾਂਗੇ ਕਿ ਤੁਸੀਂ ਪ੍ਰੈਜ਼ੈਂਟ ਹੋ ਜਾਂ ਨਹੀਂ। ਮੈਂ ਫਿਰ ਕਹਿ ਰਹੀ ਹਾਂ, ਇਹ ਜਿਹੜੀ ਅਟੈਂਡੈਂਸ ਹੈ 4 ਤੋਂ ਲੈ ਕੇ 4:10 ਤੱਕ, 4:10 ਤੇ ਚੈਟਿੰਗ ਬੰਦ ਕਰ ਦਿੱਤੀ ਜਾਏਗੀ ਤਾਂ ਕਿ ਕੋਈ ਵੀ ਬੱਚਾ ਬਾਅਦ ਦੇ ਵਿੱਚ ਡਿਸਟਰਬੈਂਸ ਨਾ ਕ੍ਰੀਏਟ ਕਰੇ। ਅਗਰ ਕੋਈ ਬੱਚਾ ਉਸ ਤੋਂ ਬਾਅਦ ਅਟੈਂਡੈਂਸ ਲਗਾਉਂਦਾ, ਉਹਦੀ ਪ੍ਰੈਜ਼ੈਂਟ ਨਹੀਂ ਲਗਾਈ ਜਾਏਗੀ। ਸੋ ਪਲੀਜ਼ ਕਿਰਪਾ ਕਰਕੇ ਉਸ ਤੋਂ ਬਾਅਦ ਨਾ ਲਗਾਈ ਜਾਵੇ। ਔਰ 5 ਵਜੇ ਜਦੋਂ ਕੈਂਪ ਸਮਾਪਤ ਹੋਏਗਾ 5 ਮਿੰਟ ਦਾ ਸਮਾਂ ਦਿੱਤਾ ਜਾਏਗਾ, ਉਸ ਤੋਂ ਪਹਿਲਾਂ ਵੀ ਅਟੈਂਡੈਂਸ ਕਿਸੇ ਨੇ ਨਹੀਂ ਲਗਾਣੀ। ਜਦੋਂ ਅਨਾਉਂਸ ਹੋਏਗਾ ਨਾ ਕਿ ਹੁਣ ਅਟੈਂਡੈਂਸ ਲਗਾਓ, ਉਸ ਤੋਂ ਬਾਅਦ ਜਿਹੜੇ ਬੱਚੇ ਅਟੈਂਡੈਂਸ ਲਗਾਣਗੇ ਸਿਰਫ ਉਹਨਾਂ ਦੀ ਪ੍ਰੈਜ਼ੈਂਟ ਜਿਹੜੀ ਉਹ ਲਗਾਈ ਜਾਏਗੀ। ਮੈਂ ਫਿਰ ਬੱਚਿਆਂ ਨੂੰ ਬੇਨਤੀ ਕਰ ਰਹੀ ਹਾਂ, ਇਹ ਨਾ ਹੁਣ ਬੁਲਾਰਾ ਬੋਲਦੇ, ਹੁਣ ਤੁਸੀਂ ਆਪਣੀ ਅਟੈਂਡੈਂਸ ਲਗਾਓ। ਜਿਹੜਾ ਬੱਚਾ ਉਸ ਵੇਲੇ ਅਟੈਂਡੈਂਸ ਲਗਾਏਗਾ ਉਹਦੀ ਐਬਸੈਂਟ ਹੋ ਜਾਏਗੀ। ਸੋ ਜਦੋਂ ਤੁਹਾਨੂੰ ਅਨਾਉਂਸ ਕੀਤਾ ਗਿਆ ਅਟੈਂਡੈਂਸ ਰੋਜ਼ ਲਗਾਣੀ ਹੈ ਤਾਂ ਕਿ ਜਿਹੜੇ ਬੱਚਿਆਂ ਦੀ ਰੋਜ਼ ਪ੍ਰੈਜ਼ੈਂਟ ਹੋਏਗੀ ਉਹਨਾਂ ਨੂੰ ਅਸੀਂ ਲਾਸਟ ਤੇ ਪ੍ਰਾਈਜ਼ ਦੇਵਾਂਗੇ। ਔਰ ਜਿਹੜੇ ਬੱਚੇ ਪੇਪਰ ਵੀ ਦੇਣਗੇ, ਟੈਸਟ ਵਿੱਚ ਵੀ ਵਧੀਆ ਨੰਬਰ ਲੈਣਗੇ, ਅਟੈਂਡੈਂਸ ਵੀ ਉਹਨਾਂ ਦੀ ਰੈਗੂਲਰ ਹੋਏਗੀ ਔਰ ਕਿਸੇ ਵੇਲੇ ਵੀ ਉਹਨਾਂ ਦੀ ਗਿਆਨ ਗੋਲਕ ਮੰਗਾ ਕੇ ਚੈੱਕ ਕਰ ਲਈ ਜਾਏਗੀ, ਫੀਡਬੈਕ ਉਹਨਾਂ ਦਾ ਰੈਗੂਲਰ ਆ ਰਿਹਾ ਕਿ ਨਹੀਂ ਆ ਰਿਹਾ, ਹਰ ਚੀਜ਼ ਚੈੱਕ ਕੀਤੀ ਜਾਏਗੀ। ਉਹਨਾਂ ਬੱਚਿਆਂ ਨੂੰ ਬਹੁਤ ਵਧੀਆ ਪ੍ਰਾਈਜ਼ਸ ਵੀ ਦਿੱਤੇ ਜਾਣਗੇ। ਸੋ ਹੋਪ ਸਾਰੇ ਬੱਚਿਆਂ ਨੇ ਨੋਟ ਕਰ ਲਿਆ ਜੀ। ਸੋ ਕੱਲ ਤੋਂ ਅਸੀਂ ਇਹ ਅਟੈਂਡੈਂਸ ਸਟਾਰਟ ਕਰਾਂਗੇ। ਆਂਦਿਆ ਸਾਰ ਸਭ ਨੇ ਲਗਾ ਦੇਣੀ ਹੈ। ਜਾਣ ਲੱਗਿਆ ਜਦੋਂ ਅਨਾਉਂਸ ਕੀਤਾ ਜਾਏਗਾ ਉਸ ਤੋਂ ਬਾਅਦ ਹੀ ਜਿਹੜੀ ਅਟੈਂਡੈਂਸ ਹੈ ਉਹ ਲਗਾਈ ਜਾਏਗੀ। ਸੋ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਹੁਣ ਭੈਣ ਜੀ ਸੁਰਿੰਦਰ ਕੌਰ ਜੀ ਜੋ ਕਿ ਕੈਂਪ ਨੂੰ ਅੱਗੇ ਚਲਾਉਣਗੇ ਜੀ। ਮੈਂ ਇੱਕ ਵਾਰੀ ਫਿਰ ਬੇਨਤੀ ਕਰ ਦਿੰਦੀ ਹਾਂ ਜੀ, ਜਿਹੜੇ ਬੱਚੇ ਗਰੁੱਪ ਵਿੱਚ ਐਡ ਨਹੀਂ ਹੈਗੇ, ਤੁਸੀਂ ਗਰੁੱਪ ਵਿੱਚ ਅਗਰ ਐਡ ਹੋਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਆਪਣੇ WhatsApp ਨੰਬਰ ਚੈਟ ਦੇ ਵਿੱਚ ਤੁਸੀਂ एवरीवन ਦੇ ਵਿੱਚ ਕਰ ਸਕਦੇ ਹੋ ਜੀ। ਬੇਨਤੀ ਹੈ ਜੀ, ਚੈਟ ਜਿਹੜੀ ਹੈ ਤੁਸੀਂ एवरीवन ਕਰਕੇ ਆਪਣੇ WhatsApp ਨੰਬਰ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਲਿਆ ਜਾਵੇ। ਹਾਂਜੀ ਭੈਣ ਜੀ ਸੁਰਿੰਦਰ ਕੌਰ ਜੀ, ਸ਼ਾਇਦ ਭੈਣ ਜੀ ਦੇ ਟੈਕਨੀਕਲ ਕੋਈ ਇਸ਼ੂ ਆ ਗਿਆ ਹੈ। ਸੋ ਅਸੀਂ ਕੈਂਪ ਦੀ ਇੱਥੇ ਸਮਾਪਤੀ ਕਰਦੇ ਹਾਂ। ਜਿਨ੍ਹਾਂ ਬੱਚਿਆਂ ਦੇ ਜਿਹੜੇ ਨੰਬਰ ਨੇ ਚੈਟ ਦੇ ਵਿੱਚ ਆ ਗਏ ਨੇ, ਉਹਨਾਂ ਬੱਚਿਆਂ ਦੇ ਜਿਹੜੇ ਨੰਬਰ ਨੇ ਉਹ ਅਸੀਂ ਗਰੁੱਪ ਦੇ ਵਿੱਚ ਐਡ ਕਰ ਲਾਂਗੇ ਤਾਂ ਕਿ ਕੋਈ ਵੀ ਇਨਫੋਰਮੇਸ਼ਨ ਉਹਨਾਂ ਨੂੰ ਟਾਈਮ ਤੋਂ ਟਾਈਮ ਮਿਲਦੀ ਰਹੇ। ਸੋ ਅਸੀਂ ਅੱਜ ਦੇ ਜੋ ਬੁਲਾਰੇ ਨੇ ਸਰਦਾਰ ਗੁਰਬਖਸ਼ ਸਿੰਘ ਜੀ ਜੋ ਕਿ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਉੱਥੇ ਕਥਾਵਾਚਕ ਦੀ ਸੇਵਾ ਨਿਭਾ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਬਹੁਤ ਵਧੀਆ ਗਿਆਨ ਦੇ ਨਾਲ ਨਿਵਾਜਿਆ, ਬੱਚਿਆਂ ਨੂੰ ਗਿਆਨ ਦੀਆਂ ਗੱਲਾਂ ਸਿਖਾਈਆਂ ਨੇ। ਆਸ ਕਰਦੇ ਹਾਂ ਸਾਰੇ ਜੋ ਵਿਦਿਆਰਥੀ ਨੇ ਇਹਨਾਂ ਤੇ ਅਮਲ ਕਰਕੇ ਆਪਣੇ ਜੀਵਨ ਨੂੰ ਚੰਗਾ ਬਣਾਉਣਗੇ। ਤੇ ਨਾਲ ਦੀ ਨਾਲ ਧੰਨਵਾਦ ਹੈ ਜੀ ਵਾਈਸੀ ਸਰਬਜੀਤ ਸਿੰਘ ਜੀ ਦੇਵੀਗੜ੍ਹ ਜਿਨ੍ਹਾਂ ਨੇ ਇਹਨਾਂ ਦੇ ਦਰਸ਼ਨ ਕਰਵਾਏ ਨੇ ਸਾਨੂੰ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਕੈਂਪ ਦੀ ਸਮਾਪਤੀ ਹੈ ਜੀ। ਕੱਲ ਨੂੰ ਫਿਰ ਅਸੀਂ ਸਾਰੇ 4 ਵਜੇ ਮਿਲਾਂਗੇ ਔਰ ਕੋਈ ਵੀ ਬੱਚਾ ਭੁੱਲੇ ਨਾ ਕਿ ਤੁਸੀਂ 4:10 ਤੱਕ ਆਪਣੀ ਅਟੈਂਡੈਂਸ ਜਿਹੜੀ ਉਹ ਲਗਾਣੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।